जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਧਰਤੀ 'ਤੇ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀ ਕੁਛ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਪਿਛਲੇ ਮਹੀਨਿਆਂ ਦੀ ਤਰ੍ਹਾਂ ਕੀਤੇ ਗਏ ਸਨ। ਉਪਰੰਤ ਭੋਗ ਪਾਏ ਗਏ ਹਨ। ਭੋਗ ਤੋਂ ਉਪਰੰਤ ਮਹਾਂਪੁਰਸ਼ਾਂ ਦੀ ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਜੋ ਪੁਰਾਤਨ ਮਰਜ਼ਾਦਾ ਚੱਲੀ ਆਉਂਦੀ ਹੈ ਸਿੱਖ ਧਰਮ ਦੇ ਅੰਦਰ, ਉਸ ਮਰਜ਼ਾਦਾ ਦੇ ਅਨੁਸਾਰ ਭੋਗ ਪਾਏ ਗਏ ਹਨ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਤੋਂ ਉਪਰੰਤ ਹੁਕਮਨਾਮੇ ਆਪ ਸਮੂਹ ਸੰਗਤ ਨੇ ਸਰਵਣ ਕੀਤੇ ਹਨ। ਥੋੜ੍ਹਾ ਸਮਾਂ ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦੀ ਬਾਣੀ ਦੀ ਵਿਚਾਰ, ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲ ਕਰਨ ਵਾਸਤੇ, ਮਨੁੱਖ ਜਨਮ ਨੂੰ ਸਫਲ ਕਰਨ ਵਾਸਤੇ ਇਹ ਵਿਚਾਰ ਜੋ ਪੁਰਾਤਨ ਸਮਿਆਂ ਤੋਂ ਚੱਲਦੀ ਆਉਂਦੀ ਹੈ, ਜੀਵਾਂ ਨੂੰ ਸਮਝਾਉਣ ਵਾਸਤੇ 4 ਵੇਦ, 18 ਪ੍ਰਾਣ, 27 ਸਿਮਰਤੀਆਂ, 6 ਸ਼ਾਸਤਰ, ਹੋਰ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਧਾਰਮਿਕ ਗ੍ਰੰਥ, ਸਭ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇਵਲ ਅਤੇ ਕੇਵਲ ਮਨੁੱਖ ਜਾਤੀ ਨੂੰ ਸਮਝਾਉਣ ਵਾਸਤੇ ਆਏ ਹਨ। ਮਨੁੱਖ ਜਨਮ ਪਾ ਕੇ ਮਨੁੱਖ ਆਪਣੇ ਜਨਮ ਦੇ ਵਿੱਚੋਂ ਨਿਕਲ ਕੇ ਆਪਣੇ ਜਨਮ ਦੇ ਅੰਦਰ ਹੀ ਪਰਮੇਸ਼ਰ ਸਰੂਪ ਵੀ ਬਣ ਸਕਦਾ ਹੈ ਔਰ ਮਨੁੱਖ 84 ਲੱਖ ਜੋਨੀ ਵਿੱਚ ਕੀੜਿਆਂ ਕਾਢਿਆਂ ਦੀ ਜੋਨ ਵਿੱਚ ਵੀ ਜਾ ਸਕਦਾ ਹੈ। ਇਹ ਮਨੁੱਖ ਦਾ ਆਪਣਾ ਫੈਸਲਾ ਹੈ। ਇਸ ਨੇ ਕੀ ਫੈਸਲਾ ਕਰਨਾ ਹੈ, ਕੀ ਨਹੀਂ ਕਰਨਾ ਹੈ, ਉਹ ਗੁਰੂ ਸਾਹਿਬ ਸਮਝਾਉਂਦੇ ਹਨ। ਜੋ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਸਮਝਾਉਂਦੀ ਹੈ। ਜੇ ਪਰਮੇਸ਼ਰ ਦੇ ਨਾਮ ਤੋਂ ਮਨੁੱਖ ਦੂਰ ਹੈ, ਕੈਸੀਆਂ ਕੈਸੀਆਂ ਜੂਨਾਂ ਨੇ ਬਹੁਤ ਸਾਰੀਆਂ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਬੜੀ ਤੰਗੀ ਹੈ। ਬੈਲ ਹੈ, ਬੌਲਦ ਹੈ, ਅੱਜ ਤਾਂ ਭਾਵੇਂ ਨਹੀਂ ਜੋੜੇ ਜਾਂਦੇ ਪਰ ਪਿਛਲਿਆਂ ਸਮਿਆਂ ਵਿੱਚ ਜੋੜੇ ਜਾਂਦੇ ਸਨ। ਉਹਨਾਂ ਨੂੰ ਜੋੜ ਲਿਆ ਜਾਂਦਾ, ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਕਿ ਕੋਈ ਤੈਨੂੰ ਬਿਮਾਰੀ ਹੈ, ਕੀ ਦੁੱਖ ਹੈ, ਔਰ ਹਲ ਦੇ ਨਾਲ ਜੋੜ ਕੇ ਸਾਰੀ ਦਿਹਾੜੀ ਵਾਹ ਕੇ ਫਿਰ ਵੀ ਪੇਟ ਭਰਨ ਵਾਸਤੇ ਕਈ ਵਾਰੀ ਉਸ ਨੂੰ ਭੋਜਨ ਵੀ ਨਹੀਂ ਮਿਲਦਾ। ਐਸੇ ਬਚਨ ਭਗਤਾਂ ਨੇ ਆਪਣੀ ਬਾਣੀ ਵਿੱਚ ਉਚਾਰੇ ਹਨ। ਹਰ ਬਿਨ ਬੈਲ ਬਰਾਨੇ ਹੋਈ ਹੈ, ਜੋ ਭਗਤਨ ਕਾ ਕਿਹਾ ਨ ਮਾਨੋ ਕੀਤੋ ਆਪਣ ਪਈ ਹੈ। ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੌਲਦ ਬਣ ਕੇ ਬਰਾਨ ਹੋਣਾ ਪੈਂਦਾ ਹੈ। ਹੋਰ ਵੀ ਬੜੀਆਂ ਜੂਨਾਂ ਨੇ ਭੈੜੀਆਂ ਤੋਂ ਭੈੜੀਆਂ ਜਿਹੜੀਆਂ ਮਨੁੱਖ ਦੇ ਦੇਖਣ ਅੰਦਰ ਆਉਂਦੀਆਂ ਹਨ। ਬਹੁਤ ਭੈੜੀਆਂ ਜੂਨਾਂ ਵਿੱਚ ਦੀ ਮਨੁੱਖ ਜਾਤੀ ਨੂੰ, ਮਨੁੱਖ ਨੂੰ ਜਿਹੜੀ ਇਸ ਦੇ ਅੰਦਰ ਆਤਮਾ ਪ੍ਰਵੇਸ਼ ਕੀਤੀ ਹੋਈ ਹੈ ਮੁੜ ਕੇ ਦੂਸਰੀਆਂ ਜੂਨਾਂ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪਾਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। 4 ਸ਼੍ਰੇਣੀਆਂ ਅੰਦਰ ਸਾਰੀ ਸ੍ਰਿਸ਼ਟੀ ਵੰਡੀ ਹੈ। ਕੁਛ ਆਂਡਿਆਂ ਤੋਂ ਪੈਦਾ ਹੁੰਦੇ ਨੇ, ਇੱਕ ਸ਼੍ਰੇਣੀ ਆਂਡਿਆਂ ਤੋਂ ਪੈਦਾ ਹੋਣ ਵਾਲਿਆਂ ਦੀ ਹੈ, ਇੱਕ ਸ਼੍ਰੇਣੀ ਜੇਰੇ ਤੋਂ ਪੈਦਾ ਹੋਣ ਵਾਲਿਆਂ ਦੀ ਹੈ ਜਿਹਦੇ ਅੰਦਰ ਮਨੁੱਖ ਅਤੇ ਹੋਰ ਪਸ਼ੂ ਅਤੇ ਹੋਰ ਜਾਤੀਆਂ ਆਉਂਦੀਆਂ ਹਨ। ਇੱਕ ਸ਼੍ਰੇਣੀ ਹੈ ਸੇਤ-ਅਜ ਸ਼੍ਰੇਣੀ ਹੈ। ਉਹ ਸ਼੍ਰੇਣੀ ਦੇ ਅੰਦਰ ਮੱਛਰ ਮੱਖੀਆਂ ਆਦਿਕ ਬਹੁਤ ਸਾਰੇ ਜੀਵ ਜੰਤੂ ਮੌਸਮ ਦੇ ਅਨੁਸਾਰ ਪੈਦਾ ਹੋ ਜਾਂਦੇ ਹੈ, ਮੌਸਮ ਅਨੁਸਾਰ ਮਰ ਜਾਂਦੇ। ਇੱਕ ਸ਼੍ਰੇਣੀ ਉਹ ਹੈ ਜਿਨ੍ਹਾਂ ਦੀ ਜੂਨ ਬਹੁਤ ਘੱਟ ਹੁੰਦੀ ਹੈ, ਉਮਰ ਬਹੁਤ ਘੱਟ ਹੁੰਦੀ ਹੈ। ਕਈ ਜੀਵ ਤਾਂ ਐਸੇ ਹਨ ਜੰਮਦੇ ਹਨ ਅਤੇ ਮਰ ਜਾਂਦੇ ਹਨ। ਕਈ 2-4 ਦਿਨ ਦੇ ਜੀਵਨ ਜਿਉਂਦੇ ਹਨ, ਕਈਆਂ ਦਾ 1 ਦਿਨ ਦਾ ਹੀ ਜੀਵਨ ਹੁੰਦਾ ਹੈ। ਇਸ ਤਰ੍ਹਾਂ ਇਹਨੂੰ ਸਿਹਤ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਉਤਪੁਜ ਸ਼੍ਰੇਣੀ ਦੇ ਅੰਦਰ ਜਿਤਨੀ ਬਨਸਪਤੀ ਤੁਸੀਂ ਦੁਨੀਆ ਅੰਦਰ ਦੇਖਦੇ ਹੋ, ਬਹੁਤ ਸਾਰੇ ਦਰਖਤ ਹੈ, ਬਨਸਪਤੀ ਹੈ, ਇਹ ਸਾਰੇ ਦੂਜੀਆਂ ਜੂਨਾਂ ਦੇ ਵਿੱਚ ਉਤਪੁਜ ਸ਼੍ਰੇਣੀ ਵਿੱਚ ਆਉਂਦਾ ਹੈ।
इन्हां जूनां तो बचण वास्ते, मनुख नूं समझाउण वास्ते गुरु साहिबां ने बड़ा इतिहास रचिया है। गुरु साहिबां ने बड़ी बख्शिश की है जीवां नूं समझाउण वास्ते। भावें पिछलियां अरबी फारसी भाषा के अंदर या संस्कृत के अंदर वेद शास्त्र लिखे सन, उन्हां दी समझ सारियां नूं नहीं लग सकती, पर गुरु नानक देव महाराज ने बड़ी कृपा की है। गुरु अर्जन देव महाराज ने बड़ी कृपा की है। ये बाणी पंजाबी विच लिखी है। पंजाबी विच भावें उसके अर्थ समझने मुश्किल हैं, पर पढ़ हरेक मनुख कोई सकता है। ਉਹਦੇ ਵਿੱਚੋਂ ਗਿਆਨ ਲੈਣਾ ਜਾਂ ਨਾ ਲੈਣਾ, ਇਹ ਮਨੁੱਖ ਦੀ ਆਪਣੀ ਸੋਚ ਹੈ। ਜਿਹੜਾ ਮਨੁੱਖ ਉਸਦੇ ਗਿਆਨ ਨੂੰ ਚੱਲ ਕੇ, ਗਿਆਨ ਦੇ ਉੱਤੇ ਤੁਰ ਕੇ ਹੌਲੀ ਹੌਲੀ ਕਿਸੇ ਅਵਸਥਾ 'ਤੇ ਪਹੁੰਚ ਜਾਂਦਾ ਹੈ। ਰਸਤਾ ਦੱਸਿਆ ਗਿਆ ਹੈ, ਉਸ ਰਸਤੇ ਦੇ ਉੱਤੇ ਲੰਘਦਿਆਂ ਲੰਘਦਿਆਂ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਜਿੱਥੋਂ ਇਹ ਬਾਣੀ ਆਈ ਹੈ। ਭਗਤਾਂ ਦੇ ਹਿਰਦਿਆਂ ਤੋਂ ਉੱਠੀ ਹੈ, ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਹੈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਉੱਥੇ ਪਹੁੰਚਾ ਦਿੰਦੀ ਹੈ ਮਨੁੱਖ ਨੂੰ, ਜੇ ਦੱਸੇ ਹੋਏ ਮਨੁੱਖ ਨੂੰ ਜੋ ਕਾਇਦੇ ਕਾਨੂੰਨ ਹਨ ਜਿਨ੍ਹਾਂ 'ਤੇ ਮਨੁੱਖ ਨੂੰ ਚੱਲਣਾ ਪੈਂਦਾ ਹੈ, ਅਤੇ ਮਨੁੱਖ ਨੇ ਕਿਹੜੇ ਪਾਸੇ ਨੂੰ ਜਾਣਾ ਹੈ। ਸੋਚ ਇਹਦੀ ਆਪਣੀ ਹੈ। ਇਹਨੇ ਆਪਣੀ ਸੋਚ ਮੁਤਾਬਕ ਕਿ ਇਹਨੇ ਪਰਮੇਸ਼ਰ ਬਣਨਾ ਹੈ, ਨਿਰੰਕਾਰ ਬਣਨਾ ਹੈ, ਜਾਂ ਇੱਥੇ ਟੇਢੀਆਂ ਜੂਨਾਂ ਦੇ ਅੰਦਰ ਕਦੀ ਕਿਸੇ ਜੂਨ ਵਿੱਚ ਕਦੀ ਕਿਸੇ ਜੂਨ ਵਿੱਚ ਉਹ ਘੁੰਮਣਾ ਹੈ। ਇਹਦੀ ਆਪਣੀ ਸੋਚ ਹੈ। ਇਸ ਨੂੰ ਸਮਝਾਉਣ ਵਾਸਤੇ ਪੀਰ ਪੈਗੰਬਰ ਅਵਤਾਰ ਔਲੀਏ ਸਤਿਯੁਗ ਤੋਂ ਲੈ ਕੇ ਮਹਾਤਮਾ ਲੋਕ ਆਉਂਦੇ ਰਹੇ ਆ। ਉਹ ਮਹਾਤਮਾ ਲੋਕ ਇਹਨਾਂ ਜੀਵਾਂ ਨੂੰ ਸਮਝਾਉਂਦੇ ਚਲੇ ਗਏ। ਜਿਹੜੇ ਪੁਰਸ਼ ਸਮਝ ਗਏ ਉਹਨਾਂ ਦਾ ਬਚਨ ਮੰਨ ਕੇ ਉਹ ਭਵ ਸਾਗਰ ਨੂੰ ਤਰ ਗਏ। ਇਹ ਸੰਸਾਰ ਸਾਗਰ ਨੂੰ ਤਰ ਕੇ ਉਸ ਨਿਰੰਕਾਰ ਵਿੱਚ ਲੀਨ ਹੋ ਗਏ। ਪਾਣੀ ਵਿੱਚ ਪਾਣੀ ਪੈ ਜਾਂਦਾ ਹੈ, ਉਹ ਪਾਣੀ ਫਿਰ ਉਹਦਾ ਹੀ ਰੂਪ ਹੋ ਜਾਂਦਾ, ਫਿਰ ਉਸ ਨੂੰ ਪਛਾਣ ਨਹੀਂ ਸਕਦਾ ਕੋਈ ਵੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦੋਂ ਅੱਗ ਦੇ ਵਿੱਚ ਪਾ ਦਈਏ ਉਹਨੂੰ ਕੋਈ ਪਹਿਚਾਣ ਨਹੀਂ ਸਕਦਾ। ਵੱਖਰਾ ਦੀਵਾ ਹੈ, ਵੱਖਰੀ ਅੱਗ ਦਿਸਦੀ ਹੈ। ਜਦੋਂ ਉਹਨੂੰ ਲਿਜਾ ਕੇ ਵੱਡੀ ਅੱਗ ਦੇ ਢੇਰ ਵਿੱਚ ਸਿੱਟ ਦਈਏ ਉਹਦਾ ਹੀ ਰੂਪ ਹੋ ਜਾਂਦੀ ਹੈ। ਜੇ ਕੋਈ ਕਹੇ ਕਿ ਦੀਵੇ ਵਾਲੀ ਲਾਈਟ ਲੱਭਣੀ ਆ, ਲੱਭਦੀ ਨਹੀਂ ਹੈ। ਇਸੇ ਤਰ੍ਹਾਂ ਮਨੁੱਖ ਹੈ, ਇਹਦੀ ਆਤਮਾ ਵੱਖਰੀ ਹੋ ਗਈ ਹੈ, ਉਹ ਵੱਖਰੀ ਦਿਸਦੀ ਹੈ। ਉਹ ਜਦੋਂ ਉਹਦੇ ਵਿੱਚ ਲੀਨ ਹੋ ਜਾਂਦੀ ਹੈ ਫਿਰ ਉਹੀ ਸਰੂਪ ਬਣ ਜਾਂਦੀ ਹੈ। ਇਸ ਕਰਕੇ ਉਹੀ ਸਰੂਪ ਬਣਨ ਵਾਸਤੇ ਇਹਨੂੰ ਗਿਆਨ ਮਹਾਤਮਾ ਲੋਕਾਂ ਨੇ ਦਿੱਤਾ ਹੈ। ਇਹ ਮਨੁੱਖ ਦੀ ਆਪਣੀ ਸੋਚ ਹੈ। ਜਿਤਨੇ ਵੀ ਅਵਤਾਰ ਸੰਸਾਰ ਵਿੱਚ ਆਏ ਹਨ ਉਹਨਾਂ ਸਾਰਿਆਂ ਨੇ ਗਿਆਨ ਕੋਈ ਨਾ ਕੋਈ ਬਖਸ਼ਿਆ ਹੈ। ਸਤਿਯੁਗ ਤੋਂ ਲੈ ਕੇ ਪ੍ਰਹਲਾਦ ਧਰੂ ਵਰਗੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ, ਜਿਨ੍ਹਾਂ ਦੀ ਸੇਧ ਲੈਣ ਵਾਸਤੇ ਗੁਰਬਾਣੀ ਨੇ ਹਦਾਇਤ ਕੀਤੀ ਹੈ। ਉਸ ਤੋਂ ਬਾਅਦ ਤ੍ਰੇਤੇ ਯੁੱਗ ਵਿੱਚ ਰਾਮ ਜੀ ਮਹਾਰਾਜ ਉਹਨਾਂ ਨੇ ਆਪਣਾ ਸਮਾਂ ਗੁਜ਼ਾਰਿਆ ਔਰ ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਮੰਨਣ ਵਾਲੇ, ਉਹਨਾਂ ਦੇ ਉਚਾਰੇ ਹੋਏ ਜੀਵਨ, ਉਹਨਾਂ ਦੇ ਲਿਖੇ ਹੋਏ ਜੀਵਨ ਉਹਨਾਂ ਨੂੰ ਪੜ੍ਹਦੇ ਹਨ ਅਤੇ ਉਦੋਂ ਸਿੱਖਿਆ ਪ੍ਰਾਪਤ ਕਰਕੇ ਉਸ ਮੰਜ਼ਿਲ ਤੱਕ ਪਹੁੰਚਦੇ ਹਨ। ਉਹ ਤੋਂ ਬਾਅਦ ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਗੀਤਾ ਉਚਾਰਨ ਕੀਤੀ ਹੈ। ਗੀਤਾ ਦਾ ਅਰਥ ਹੈ ਪਰਮੇਸ਼ਰ ਦੇ ਗੀਤ ਗਾਉਣੇ, ਪਰਮੇਸ਼ਰ ਦੀ ਮਹਿਮਾ ਗਾਉਣੀ। 18 ਅਧਿਆਏ ਦੇ ਅੰਦਰ ਉਪਦੇਸ਼ ਬਖਸ਼ਿਆ ਹੈ ਜੀਵਾਂ ਨੂੰ ਭਵ ਸਾਗਰ ਤੋਂ ਤਰਨ ਵਾਸਤੇ। ਉਹਦੇ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਯੁੱਗ ਦੇ ਅਵਤਾਰ ਗੁਰੂ ਨਾਨਕ ਦੇਵ ਮਹਾਰਾਜ 10 ਰੂਪਾਂ ਵਿੱਚ ਆਏ ਹਨ। ਉਹਨਾਂ ਦੇ ਹਿਰਦਿਆਂ ਤੋਂ ਉੱਠੀ ਹੋਈ ਬਾਣੀ ਹੈ। ਉਹ ਸੰਸਾਰ ਦੇ ਲੋਕਾਂ ਨੂੰ ਤਾਰਨ ਦੇ ਸਮਰੱਥ, ਇੱਕ ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਹੈ ਉਹਦੇ ਵਿੱਚ ਜਿੰਨੇ ਵੀ ਮਨੁੱਖ ਚੜ੍ਹ ਜਾਂਦੇ ਆ ਉਹ ਦੂਸਰੇ ਪਾਸੇ ਕਰ ਦਿੰਦਾ ਹੈ। ਦੂਸਰੇ ਗ੍ਰੰਥ ਵੀ ਠੀਕ ਨੇ, ਆਪਣੀ ਆਪਣੀ ਸਮਰੱਥਾ ਹੈ। ਕੋਈ ਬੇੜੀ 10 ਬੰਦਿਆਂ ਨੂੰ ਲੈ ਜਾਂਦੀ ਹੈ, ਕੋਈ 20 ਬੰਦਿਆਂ ਨੂੰ ਲੈ ਜਾਂਦੀ ਹੈ, ਕੋਈ ਸੈਂਕੜੇ ਬੰਦਿਆਂ ਨੂੰ ਲੈ ਜਾਂਦੀ ਹੈ, ਕੋਈ ਹਜ਼ਾਰਾਂ ਬੰਦਿਆਂ ਨੂੰ ਲੈ ਜਾਂਦੀ ਹੈ। ਇਹ ਸਮਰੱਥਾ ਹੈ। ਇਸ ਤਰ੍ਹਾਂ ਪੀਰਾਂ ਫਕੀਰਾਂ ਮਹਾਤਮਾ ਲੋਕਾਂ ਦੀ ਆਪਣੀ ਸਮਰੱਥਾ ਸੀ। ਜਿੰਨੀ ਉਹਨਾਂ ਦੀ ਸਮਰੱਥਾ ਸੀ, ਸਮਰੱਥਾ ਦੇ ਅਨੁਸਾਰ ਉਹਨਾਂ ਦੇ ਨਾਲ ਜੁੜੇ ਹੋਏ, ਉਹਨਾਂ ਦੇ ਨਾਲ ਮਗਰ ਲੱਗੇ ਹੋਏ, ਉਹਨਾਂ ਦੇ ਸ਼ਰਧਾਲੂ ਕਹਿ ਲਓ, ਉਹਨਾਂ ਦੇ ਸੇਵਕ ਕਹਿ ਲਓ, ਉੱਥੇ ਪਹੁੰਚ ਗਏ ਜਿੱਥੇ ਉਹ ਪਹੁੰਚਣੇ ਸਨ।
ਸੋ ਇਸ ਕਰਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਟਨੇ ਦੀ ਧਰਤੀ 'ਤੇ ਪਹੁੰਚੇ ਆ। ਪਟਨੇ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਮਹਾਰਾਜ ਬਾਹਰ ਬੈਠੇ ਹਨ। ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਆਪ ਦਾ ਹੁਕਮ ਹੋਵੇ ਤਾਂ ਮੈਂ ਨਗਰ ਵਿੱਚੋਂ ਜਾ ਕੇ ਕੋਈ ਭੋਜਨ ਛਕਣ ਵਾਸਤੇ ਭੋਜਨ ਦੀ ਜਾਚਨਾ ਕਰਕੇ ਕਿਸੇ ਤੋਂ ਭੋਜਨ ਲੈ ਕੇ ਛਕ ਆਵਾਂ। ਤਾਂ ਸਾਹਿਬ ਕਹਿਣ ਲੱਗੇ, ਜਾ ਛਕਿਆ। ਕਹਿਣ ਲੱਗਾ, ਮਹਾਰਾਜ ਮੰਗ ਮੇਰੇ 'ਤੇ ਹੋਣਾ ਨਹੀਂ ਹੈ, ਮੇਰੇ ਪੱਲੇ ਵਿੱਚ ਕੋਈ ਪੈਸਾ ਨਹੀਂ ਹੈ, ਧਨ ਨਹੀਂ ਹੈ ਜਿਹਦਾ ਮੈਂ ਖਰੀਦ ਕੇ ਖਾ ਲਵਾਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਖੜਾਮ ਮਾਰੀ, ਧਰਤੀ ਦੇ ਵਿੱਚੋਂ ਇੱਕ ਲਾਲ ਕੱਢਿਆ। ਉਹ ਲਾਲ ਮਰਦਾਨੇ ਨੂੰ ਦੇ ਦਿੱਤਾ। ਉਹ ਲਾਲ ਮਰਦਾਨੇ ਨੂੰ ਲਕੋੜ ਲੈ ਕੇ ਜਿਸਲੇ ਮਰਦਾਨਾ ਲੈ ਕੇ ਸ਼ਹਿਰ ਵਿੱਚ ਵੜਿਆ, ਕਿਸੇ ਕੋਲ ਦੁਕਾਨ ਵਿੱਚ ਜਾਵੇ, ਕੋਈ 2 ਕਿਲੋ ਗਾਜਰਾਂ ਦੇਵੇ, ਕੋਈ 2 ਕਿਲੋ ਹੋਰ ਪਦਾਰਥ ਦੇਵੇ, ਕੋਈ ਖਾਣ ਵਾਸਤੇ ਪਦਾਰਥ ਦੇ ਦੇਵੇ। ਇਸ ਤਰ੍ਹਾਂ ਕਿਸੇ ਨੇ ਕੀਮਤ ਨਾ ਪਾਈ। ਜਦੋਂ ਮਰਦਾਨੇ ਨੇ ਆ ਕੇ ਦੱਸਿਆ, ਮਹਾਰਾਜ ਇਹਦੀ ਕੋਈ ਬਹੁਤੀ ਕੀਮਤ ਜਾਂ ਇਹਨੂੰ ਕੋਈ ਬਹੁਤਾ ਕੀਮਤ ਵਾਲਾ ਕੋਈ ਸਮਝਦਾ ਨਹੀਂ ਹੈ, ਜਿਸ ਤਰ੍ਹਾਂ ਆਪ ਦਾ ਹੁਕਮ ਹੋਵੇ। ਸਾਹਿਬ ਕਹਿਣ ਲੱਗੇ, ਮਰਦਾਨਿਆਂ ਲਾਲਾਂ ਦੀ ਜਿਹੜੀ ਸਾਰ ਹੈ, ਲਾਲਾਂ ਦੀ ਕੀਮਤ ਜੌਹਰੀ ਜਾਣਦੇ ਹਨ, ਹੀਰਿਆਂ ਦੀ ਕੀਮਤ ਜੌਹਰੀ ਪਛਾਣਦੇ ਹਨ, ਸੁਨਿਆਰਾ ਸੋਨੇ ਦੀ ਪਹਿਚਾਣ ਕਰਦਾ ਹੈ। ਇਸ ਤਰ੍ਹਾਂ ਭਾਈ ਸਬਜ਼ੀ ਖਰੀਦਣ ਵਾਲਾ ਸਬਜ਼ੀ ਦੀ ਪਹਿਚਾਣ ਕਰਦਾ ਹੈ। ਹੀਰਿਆਂ ਦਾ ਵਪਾਰੀ ਹੀਰਿਆਂ ਦੇ ਵਪਾਰ ਨੂੰ ਜਾਣਦਾ ਹੈ। ਲਾਲਾਂ ਦੇ ਵਪਾਰ ਜਿਹੜੇ ਹਨ ਉਹ ਲਾਲਾਂ ਦੀ ਸਾਰ ਜਾਣਦੇ ਹਨ। ਬਾਕੀ ਲੋਕਾਂ ਨੂੰ ਤਾਂ ਇੱਕ ਪੱਥਰ ਹੈ, ਪਰ ਜਿਨ੍ਹਾਂ ਨੂੰ ਪਹਿਚਾਣ ਹੈ, ਪਹਿਚਾਣਦੇ ਹਨ, ਉਹ ਇਹਦੀ ਕੀਮਤ ਦਿੰਦੇ ਹਨ। ਇਸੇ ਨਗਰ ਵਿੱਚ ਸਾਲਸਰਾਏ ਜੌਹਰੀ ਹੈ। ਉਹ ਸਾਲਸਰਾਏ ਦੇ ਕੋਲ ਲੈ ਜਾ। ਉਹ ਬੜਾ ਵੱਡਾ ਜੌਹਰੀ ਹੈ ਸ਼ਹਿਰ ਦੇ ਵਿੱਚ। ਮਰਦਾਨਾ ਪੁੱਛਦਾ ਪੁੱਛਦਾ ਉੱਥੇ ਚਲਿਆ ਗਿਆ। ਜਦ ਸਾਲਸਰਾਏ ਜੌਹਰੀ ਪ੍ਰਸ਼ਾਦਾ ਛਕਦਾ ਸੀ, ਉਹਦੇ ਸੇਵਾਦਾਰ ਜਿਹੜਾ ਸੀ ਅਦਰਕਾ ਸੀ, ਉਹਦਾ ਨੌਕਰ ਸੀ, ਉਹਨੇ ਆ ਕੇ ਮਰਦਾਨੇ ਨੂੰ ਪੁੱਛਿਆ। ਮਰਦਾਨੇ ਨੇ ਕਿਹਾ, ਜੀ ਮੈਂ ਲਾਲ ਵੇਚਣਾ ਹੈ। ਅਤੇ ਅਦਰਕੇ ਨੇ ਲਿਜਾ ਕੇ ਮਰਦਾਨੇ ਨੂੰ ਅੰਦਰ ਬਹਾ ਲਿਆ। ਜਦੋਂ ਲਾਲ ਸਾਲਸਰਾਏ ਨੇ ਆ ਕੇ ਦੇਖਿਆ, ਸਾਲਸਰਾਏ ਨੇ ਲਾਲ 'ਤੇ 100 ਰੁਪਈਆ, ਉਹਨਾਂ ਸਮਿਆਂ ਵਿੱਚ 100 ਰੁਪਈਆ ਬਹੁਤ ਕੀਮਤ ਰੱਖਦਾ ਸੀ। 20 ਰੁਪਈਏ ਗੁਰੂ ਨਾਨਕ ਦੇਵ ਮਹਾਰਾਜ ਨੂੰ ਵਪਾਰ ਕਰਨ ਵਾਸਤੇ ਦਿੱਤੇ ਸਨ। ਸਾਲਸਰਾਏ ਨੇ 100 ਰੁਪਈਆ ਅਤੇ ਉਹ ਲਾਲ ਲਿਆ ਕੇ ਮਰਦਾਨੇ ਦੇ ਹੱਥ ਫੜਾ ਦਿੱਤਾ। ਮਰਦਾਨਾ ਕਹਿਣ ਲੱਗਿਆ, ਜੀ ਮੈਂ ਲਾਲ ਵੇਚਣਾ ਨਹੀਂ ਹੈ, ਮੈਂ ਆਪਣੇ ਮਾਲਕ ਦੇ ਪੁੱਛੇ ਤੋਂ ਬਿਨਾਂ ਵੇਚਣਾ ਨਹੀਂ ਹੈ। ਸਾਲਸਰਾਏ ਕਹਿਣ ਲੱਗਿਆ, ਭਾਵੇਂ ਤੂੰ ਵੇਚਣਾ ਹੈ ਜਾਂ ਨਹੀਂ ਵੇਚਣਾ ਹੈ, ਸਾਡੇ ਬਜ਼ੁਰਗਾਂ ਨੇ ਇਹ ਗੱਲ ਦੱਸੀ ਸੀ, ਪੁਰਾਤਨ ਸਮਿਆਂ ਤੋਂ ਸਾਡੀ ਇਹੀ ਦੁਕਾਨ ਜਾਂ ਇਹੋ ਸਾਡਾ ਕਾਰੋਬਾਰ ਚੱਲਦਾ ਆ ਰਿਹਾ ਹੈ। ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਐਸੀ ਚੀਜ਼ ਕਿਤੇ ਤੁਹਾਨੂੰ ਮਿਲ ਜਾਵੇ, ਕਿਉਂਕਿ ਮਣੀ ਰੱਖ ਕੇ ਮਣੀ ਦੇ ਕੋਲ ਲਾਲ ਰੱਖਦੇ ਸਨ। ਉਹਦੇ ਵਿੱਚ ਦੀ ਜਿੰਨੀਆਂ ਕਿਰਨਾਂ ਪਾਸ ਹੋ ਜਾਂਦੀਆਂ ਸਨ, ਉਹਦੇ ਅਨੁਸਾਰ ਉਹਦਾ ਮੁੱਲ ਪਾ ਦਿੰਦੇ ਸਨ। ਜਦ ਉਹਦੀ ਕੀਮਤ ਪਾਉਣ ਲੱਗੇ, ਕੀਮਤ ਦਾ ਪਤਾ ਨਾ ਲੱਗਿਆ, ਉਹਨੇ 100 ਰੁਪਈਆ ਲਿਆ ਕੇ ਮਰਦਾਨੇ ਦੇ ਹੱਥ ਫੜਾਇਆ। ਕਹਿਣ ਲੱਗਾ, ਉਹ ਸਾਡੇ ਬਜ਼ੁਰਗਾਂ ਨੇ ਕਿਹਾ ਸੀ, ਐਸੀ ਚੀਜ਼ ਕਿਸੇ ਸਮੇਂ ਤੁਹਾਨੂੰ ਪ੍ਰਾਪਤ ਹੋ ਜਾਵੇ, ਉਹਦਾ 100 ਰੁਪਈਆ ਰੱਖ ਕੇ ਦਰਸ਼ਨੀ ਭੇਟਾ ਮੱਥਾ ਟੇਕਿਓ। ਇਹਦੀ ਦਰਸ਼ਨੀ ਭੇਟਾ ਹੈ, ਵੇਚਣਾ ਹੈ ਜਾਂ ਨਹੀਂ ਵੇਚਣਾ ਹੈ, ਇਹ ਤੇਰੀ ਮਰਜ਼ੀ ਹੈ। ਮਰਦਾਨਾ ਕਹਿਣ ਲੱਗਿਆ, ਜੀ ਮੈਂ ਤਾਂ ਪੈਸੇ ਲੈਣੇ ਨਹੀਂ। ਉਹ ਕਹਿਣ ਲੱਗੇ, ਪੈਸੇ ਅਸੀਂ ਰੱਖਣੇ ਨਹੀਂ ਆ। ਮਰਦਾਨੇ ਨੇ 100 ਰੁਪਈਆ ਲਿਆ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਰੱਖ ਦਿੱਤਾ ਅਤੇ ਲਾਲ ਵੀ ਰੱਖ ਦਿੱਤਾ। ਸਾਹਿਬ ਕਹਿਣ ਲੱਗੇ, ਮਰਦਾਨਿਆਂ ਜਦੋਂ ਅਸੀਂ ਲਾਲ ਵੇਚਣਾ ਨਹੀਂ ਆ ਤਾਂ ਤੂੰ ਪੈਸੇ ਕਿਉਂ ਲੈ ਕੇ ਆਇਆ? ਕਹਿਣ ਲੱਗਿਆ, ਮਹਾਰਾਜ ਮੈਂ ਤਾਂ ਲੈ ਕੇ ਨਹੀਂ ਸੀ ਆਉਂਦਾ, ਉਹਨੂੰ ਮੱਲੋ ਮਲੀ ਧੱਕੇ ਨਾਲ ਦੇ ਦਿੱਤੇ ਆ। ਸਾਹਿਬ ਕਹਿਣ ਲੱਗੇ, ਜਾਂ ਮੋੜ ਕੇ ਆ 100 ਰੁਪਈਆ। ਮਰਦਾਨਾ ਮੋੜਨ ਗਿਆ, ਸਾਲਸਰਾਏ ਪੈਸੇ ਰੱਖੇ ਨਾ ਅਤੇ ਮਰਦਾਨਾ ਚੱਕ ਕੇ ਲਿਆਵੇ ਨਾ। ਮਰਦਾਨਾ ਲੈ ਆਇਆ, ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਮੋੜਿਆ। ਇਸ ਤਰ੍ਹਾਂ 2-4 ਗੇੜੇ ਮਰਦਾਨੇ ਨੂੰ ਪਏ। ਸਾਲਸਰਾਏ ਮੋੜੇ ਨਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਰੱਖਣ ਨਾ। ਸਾਲਸਰਾਏ ਦੇ ਅਖੀਰਲੀ ਵਾਰੀ ਮਰਦਾਨਾ ਘਰੇ ਸਿੱਟ ਕੇ 100 ਰੁਪਈਆ ਵਾਪਸ ਆ ਗਿਆ। ਸਾਲਸਰਾਏ ਨੇ ਸੋਚਿਆ, ਐਸੇ ਸੰਤੋਖੀ ਸਾਧੂ, ਐਸੇ ਸੰਤੋਖੀ ਬਿਰਤੀਆਂ ਵਾਲੇ ਪੁਰਖ ਮੈਂ ਪਹਿਲੀ ਵਾਰ ਦੇਖੇ ਹਨ। ਨੇ ਮਾਇਆ ਦੇ ਮਗਰ ਲਿਬੜੇ ਹੋਏ, ਮਾਇਆ ਦੀ ਇੱਛਾ ਵਾਲੇ ਤਾਂ ਬਹੁਤ ਲੋਕ ਦੇਖੇ ਹਨ, ਪਰ ਮਾਇਆ ਤੋਂ ਰਹਿਤ, ਇਹ ਕੇਵਲ ਲੋਭ ਤੋਂ ਰਹਿਤ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਐਸੇ ਪੁਰਖ ਮੈਂ ਪਹਿਲੀ ਵਾਰ ਦੇਖੇ ਹਨ। ਆਪਣੇ ਨੌਕਰ ਅਦਰਕੇ ਨੂੰ ਕਹਿਣ ਲੱਗਿਆ, ਜਾ ਅਦਰਕੇ ਤੂੰ ਚੱਲ ਕੇ ਦੇਖ, ਇਹਨਾਂ ਪੁਰਖਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ।
ਬੱਦਲਾਂ ਦੀ ਛਾਂ ਜਿੱਦਾਂ ਇੱਕ ਥਾਂ ਨਹੀਂ ਠਹਿਰਦੀ, ਇਸ ਤਰ੍ਹਾਂ ਇਹ ਸਾਧੂ ਮਹਾਤਮਾ ਕਿਸੇ ਦੇ ਬੱਝੇ ਹੋਏ ਨਹੀਂ ਹੁੰਦੇ। ਇਹ ਆਪਣੀ ਮੌਜ ਦੇ ਮਾਲਕ ਹੁੰਦੇ ਆ। ਇਹਨਾਂ ਦੀ ਮਰਜ਼ੀ ਪਤਾ ਨਹੀਂ ਕਿਹੜੇ ਪਾਸੇ ਨੂੰ ਚਲੇ ਜਾਣ। ਦਰਿਆਵਾਂ ਦਾ ਪਾਣੀ, ਬੱਦਲਾਂ ਦੀ ਛਾਂ ਅਤੇ ਸਾਧੂ ਮਹਾਤਮਾ ਇਹ ਕਿਸੇ ਦੇ ਬੱਝੇ ਹੋਏ ਨਹੀਂ ਹੁੰਦੇ। ਅਦਰਕ ਨੂੰ ਕਹਿਣ ਲੱਗਿਆ, ਤੂੰ ਚੱਲ ਉੱਥੇ ਬੈਠੀ ਅਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦਾ ਹਾਂ। ਅਦਰਕਾ ਮਗਰ ਚਲਿਆ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਬੈਠੇ ਸਨ। ਅਦਰਕੇ ਨੇ ਮੱਥਾ ਟੇਕਿਆ। ਫਿਰ ਮਗਰੋਂ ਸਾਲਸਰਾਏ ਵੀ ਪ੍ਰਸ਼ਾਦਾ ਲੈ ਕੇ ਪਹੁੰਚਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸਮਾਧੀ ਲੱਗੀ ਹੋਈ ਹੈ। ਉਸ ਨੇ ਪੁੱਛਿਆ ਸੇਵਾਦਾਰ ਨੂੰ, ਇਹਨਾਂ ਦੀ ਬੋਲੀ ਕੀ ਹੈ? ਇਹਨਾਂ ਨੇ ਕਿਹਾ, ਜੀ ਸਤ ਕਰਤਾਰ। ਸਤ ਕਰਤਾਰ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਆਓ ਭਾਈ ਸਾਲਸਰਾਏ, ਕਰਤਾਰ ਤੇਰਾ ਭਲਾ ਕਰੇ। ਉਸ ਨੇ ਪ੍ਰਸ਼ਾਦਾ ਰੱਖਿਆ। ਕਹਿਣ ਲੱਗਿਆ, ਮਹਾਰਾਜ ਪ੍ਰਸ਼ਾਦਾ ਛਕੋ ਜੀ। ਸਤਿਗੁਰੂ ਜੀ ਕਹਿਣ ਲੱਗੇ, ਸਾਲਸਰਾਏ ਪ੍ਰਸ਼ਾਦਾ ਵੀ ਛਕ ਲਵਾਂਗੇ। ਪਹਿਲਾਂ ਤੂੰ ਇਹ ਦੱਸ, ਜਦੋਂ ਅਸੀਂ ਲਾਲ ਵੇਚਣਾ ਨਹੀਂ ਅਤੇ ਫਿਰ 100 ਰੁਪਈਆ ਕਿਉਂ ਲਈਏ? ਸਾਲਸਰਾਏ ਕਹਿਣ ਲੱਗਾ, ਮਹਾਰਾਜ ਮੇਰਾ ਧਰਮ ਹੈ। ਸਾਡੇ ਬਜ਼ੁਰਗਾਂ ਨੇ ਇਹ ਗੱਲ ਦੱਸੀ ਹੋਈ ਹੈ। ਇਹ ਲਾਲ ਦੀ ਮੈਂ ਕੀਮਤ ਤਾਂ ਨਹੀਂ ਦੇ ਸਕਦਾ, ਇਹ ਲਾਲ ਦੀ ਕੀਮਤ ਤਾਂ ਕੋਈ ਪਾ ਵੀ ਨਹੀਂ ਸਕਦਾ, ਪਰ ਮੈਂ ਇਹ ਲਾਲ ਦੀ ਦਰਸ਼ਨੀ ਭੇਟਾ 100 ਰੁਪਈਆ ਹੈ। ਮੈਂ ਤਾਂ ਦਰਸ਼ਨੀ ਭੇਟਾ ਹੀ ਰੱਖੀ ਹੈ, ਮੈਂ ਲਾਲ ਦੀ ਕੀਮਤ ਨਹੀਂ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨੇ ਨੂੰ ਪੁੱਛਣ ਲੱਗੇ, ਮਰਦਾਨਿਆਂ ਕਿਉਂ ਭਾਈ ਲਾਲ ਵੇਚਣਾ ਹੈ? ਇਹ ਲਾਲ ਹੈ ਪਰਮੇਸ਼ਰ ਦਾ ਨਾਮ। ਜਿਹਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਹੈ, ਉਹ ਕਿਸੇ ਨੂੰ ਅਸੀਸ ਦੇਵੇ ਜਾਂ ਨਾ ਦੇਵੇ, ਕੋਈ ਭਲਾ ਵਚਨ ਬੋਲ ਕੇ ਮੂੰਹੋਂ ਵਰ ਦੇਵੇ ਜਾਂ ਨਾ ਦੇਵੇ, ਕਹਿੰਦੇ ਉਹਦੀ ਦਰਸ਼ਨੀ ਭੇਟਾ ਹੀ 100 ਰੁਪਈਆ ਹੈ। ਉਹਨੂੰ ਦੁਨੀਆ ਦਰਸ਼ਨ ਕਰਦੀ ਹੈ, ਉਸਦੇ ਉਹਨੂੰ ਦੁਨੀਆ ਸਤਿਕਾਰ ਦਿੰਦੀ ਹੈ, ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਹੈ। ਤੂੰ ਵੇਚਣਾ ਹੈ? ਮਰਦਾਨਾ ਕਹਿਣ ਲੱਗਿਆ, ਮਹਾਰਾਜ ਮੈਂ ਤਾਂ ਨਹੀਂ ਵੇਚਣਾ। ਕਹਿਣ ਲੱਗੇ, ਭਾਈ ਇਹ ਸਤਿਕਾਰ ਪਰਮੇਸ਼ਰ ਦੇ ਨਾਮ ਦਾ ਹੈ, ਇਹ ਪਰਮੇਸ਼ਰ ਦਾ ਨਾਮ ਹੈ ਲਾਲ। ਅਤੇ ਸਾਲਸਰਾਏ ਨੇ ਕਿਹਾ, ਮਹਾਰਾਜ ਪ੍ਰਸ਼ਾਦਾ ਛਕੋ ਜੀ। ਸਤਿਗੁਰੂ ਜੀ ਕਹਿਣ ਲੱਗੇ, ਸਾਲਸਰਾਏ ਤੂੰ ਆਪਣੇ ਨੌਕਰ ਅਦਰਕੇ ਦੇ ਪੈਰੀਂ ਪੈ। ਸਾਲਸਰਾਏ ਖੜ੍ਹਾ ਸੀ, ਖੜ੍ਹਾ ਖੜ੍ਹਾ ਆਪਣੇ ਨੌਕਰ ਦੇ ਪੈਰਾਂ 'ਤੇ ਡਿੱਗ ਪਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਖੁਸ਼ ਹੋ ਗਏ। ਖੁਸ਼ ਹੋ ਕੇ ਕਹਿਣ ਲੱਗੇ, ਸਾਲਸਰਾਏ ਇਹ ਗੱਦੀ ਤਾਂ ਅਦਰਕੇ ਦੀ ਸੀ, ਇਹ ਮੰਜੀ ਤਾਂ ਅਦਰਕੇ ਦੀ ਸੀ। ਅਸੀਂ ਤੁਹਾਡੇ ਤਾਰਨ ਵਾਸਤੇ ਹੀ ਇੰਨੇ ਦੂਰ ਤੋਂ ਆਏ ਹਾਂ। ਇਹ ਮੰਜੀ ਅਦਰਕੇ ਦੀ ਸੀ, ਪਰ ਤੂੰ ਇਸ ਦਾ ਸਾਹਿਬ ਹੈ। ਤੂੰ ਸਾਡਾ ਬਚਨ ਮੰਨਿਆ ਹੈ, ਤਾਂ ਇਸ ਕਰਕੇ ਇਹਦੀ ਮੰਜੀ 'ਤੇ ਹੁਣ ਤੂੰ ਬੈਠੇਗਾ। ਇੰਨੇ ਸਾਲ ਤੇਰੀ ਉਮਰ ਹੋਰ ਰਹਿੰਦੀ ਹੈ। ਸਾਹਿਬ ਕਹਿਣ ਲੱਗੇ, ਤੇਰੇ ਮਰਨ ਤੋਂ ਬਾਅਦ ਅਦਰਕਾ ਮੰਜੀ 'ਤੇ ਬੈਠੇਗਾ, ਤੇਰਾ ਕੋਈ ਧੀ ਪੁੱਤਰ ਤੇਰੀ ਮੰਜੀ 'ਤੇ ਨਹੀਂ ਬੈਠੇਗਾ। ਅਤੇ ਸਾਲਸਰਾਏ 'ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਖੁਸ਼ੀ ਹੋਈ। ਸਾਲਸਰਾਏ ਕਹਿਣ ਲੱਗਿਆ, ਮਹਾਰਾਜ ਪੁੱਤਰ ਤਾਂ ਨੌਕਰ ਤਾਂ ਪੁੱਤਰ ਸਮਾਨ ਹੁੰਦਾ ਹੈ, ਪਰ ਅਦਰਕਾ ਤਾਂ ਸਾਧੂ ਹੈ। ਜੇ ਮੈਂ ਆਪਣੇ ਨੌਕਰ ਦੇ ਪੈਰੀਂ ਹੱਥ ਲਾ ਦਿੱਤਾ ਕੋਈ ਵੱਡੀ ਗੱਲ ਨਹੀਂ ਹੈ, ਜਾਂ ਮੈਂ ਇਹਦੇ ਪੈਰੀਂ ਮੱਥਾ ਟੇਕਿਆ ਕੋਈ ਵੱਡੀ ਗੱਲ ਨਹੀਂ ਹੈ। ਜੇ ਤੂੰ ਮੈਨੂੰ ਕਹਿ ਦਿੰਦਾ ਕੁੱਤੇ ਦੇ ਪੈਰੀਂ ਪੈ ਜਾ, ਮੈਂ ਤਾਂ ਕੁੱਤੇ ਦੇ ਪੈਰੀਂ ਵੀ ਪੈ ਜਾਣਾ ਸੀ। ਮੈਂ ਤਾਂ ਆਪ ਦਾ ਵਚਨ ਮੰਨਣਾ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਬਹੁਤ ਖੁਸ਼ ਹੋਏ। ਸਾਲਸਰਾਏ ਨੂੰ ਗੱਦੀ 'ਤੇ ਬਹਾਲ ਕੇ ਆਏ। ਉਹ ਪਰਮੇਸ਼ਰ ਦਾ ਨਾਮ ਕਿਸ ਤਰ੍ਹਾਂ ਹਿਰਦੇ ਵਿੱਚ ਬਹਾਲਣਾ ਹੈ, ਕਿੱਦਾਂ ਬੈਠਦਾ ਹੈ, ਕਿੱਦਾਂ ਨਹੀਂ ਬੈਠਦਾ ਹੈ, ਇਹ ਸਾਰੀਆਂ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀਆਂ ਹਨ। ਇਹਨਾਂ 'ਤੇ ਚੱਲ ਕੇ ਹੀ ਮਨੁੱਖ ਉਸ ਮੰਜ਼ਿਲ 'ਤੇ ਪਹੁੰਚਦਾ ਹੈ, ਜਿਨ੍ਹਾਂ 'ਚ ਪਰਮੇਸ਼ਰ ਨੂੰ ਅੰਦਰ ਜਗ੍ਹਾ, ਪਰਮੇਸ਼ਰ ਦੇ ਨਾਮ ਨੂੰ ਅੰਦਰ ਜਗ੍ਹਾ ਦੇਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ। ਜਿਸ ਤਰ੍ਹਾਂ ਕੋਈ ਆਪਾਂ ਮਸ਼ੀਨਰੀ ਲਿਆਈਏ, ਉਹਦੇ ਖੜੀ ਕਰਨ ਵਾਸਤੇ ਕੋਈ ਜਗ੍ਹਾ ਬਣਾਉਣੀ ਪੈਂਦੀ ਹੈ। ਜੇ ਜਗ੍ਹਾ ਨਾ ਹੋਵੇ ਤਾਂ ਫਿਰ ਘਰ ਤੋਂ ਬਾਹਰ ਹੀ ਰੱਖਣੀ ਪੈਂਦੀ ਹੈ। ਇਸੇ ਤਰ੍ਹਾਂ ਪਹਿਲਾਂ ਜਗ੍ਹਾ ਬਣਾਉਣੀ ਪੈਂਦੀ ਹੈ। ਇਸ ਤਰ੍ਹਾਂ ਜਿੱਥੇ ਪਰਮੇਸ਼ਰ ਦੇ ਨਾਮ ਨੂੰ ਜਗ੍ਹਾ ਦੇਣੀ ਹੈ, ਉਹ ਜਗ੍ਹਾ ਵੀ ਖਾਲੀ ਕਰਨੀ ਪੈਂਦੀ ਹੈ। ਅੰਦਰ ਆਪਣੇ ਪਰ ਹਿਰਦੇ ਦੇ ਉੱਤੇ ਜਿੱਥੇ ਪਰਮੇਸ਼ਰ ਦੇ ਨਾਮ ਨੂੰ ਬਹਾਲਣਾ ਹੈ, ਉੱਥੇ ਬਹੁਤ ਤਰ੍ਹਾਂ ਦੇ ਹੋਰ ਸਮਾਨ ਘਰ ਦਾ ਰੱਖਿਆ ਹੋਇਆ ਹੈ। ਧੀਆਂ ਪੁੱਤਰ ਬਹਾਲੇ ਹੋਏ ਹਨ। ਇੰਨੀ ਜਗ੍ਹਾ ਕੋਈ ਅੰਦਰ ਵੱਸਦੀ ਬੈਠ ਜਗ੍ਹਾ ਨਹੀਂ ਹੈ, ਜਿਸ ਜਗ੍ਹਾ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਗ੍ਹਾ ਮਿਲ ਜਾਵੇ। ਰਸ ਘੋੜੇ ਰਸ ਹਾਥੀ, ਜਾਂ ਰਸ ਪਰਮਲ ਕੀ ਬਾਸ, ਰਸ ਸੋਇਨਾ ਰਸ ਰੂਪਾ ਰਸ ਪਰਮਲ ਕੀ ਬਾਸ। ਸੋਨਾ ਰੂਪਾ ਹੋਰ ਕਈ ਤਰ੍ਹਾਂ ਦੇ ਜਿਹੜੇ ਦੁਨਿਆਵੀ ਸੁੱਖ ਹਨ, ਜਾਂ ਹਾਥੀ ਘੋੜੇ ਹਨ, ਇਹਨਾਂ ਨੂੰ ਮਨੁੱਖ ਨੇ ਅੰਦਰ ਜਗ੍ਹਾ ਦਿੱਤੀ ਹੋਈ ਹੈ। ਧਨ ਦੌਲਤ ਨੂੰ ਜਗ੍ਹਾ ਦਿੱਤੀ ਹੋਈ ਹੈ, ਧੀਆਂ ਪੁੱਤਰਾਂ ਨੂੰ ਜਗ੍ਹਾ ਦਿੱਤੀ ਹੋਈ ਹੈ, ਕਿਸੇ ਨੇ ਜ਼ਮੀਨ ਨੂੰ ਜਗ੍ਹਾ ਦਿੱਤੀ ਹੋਈ ਹੈ। ਕੋਈ ਨਾ ਕੋਈ ਹਰ ਅੰਦਰ ਹਿਰਦੇ ਦੇ ਅੰਦਰ ਕੋਈ ਨਾ ਕੋਈ ਗੱਲ ਬੈਠੀ ਹੈ। ਜਿੰਨਾ ਚਿਰ ਇਹ ਗੱਲਾਂ ਬੈਠੀਆਂ ਹਨ,
परमेश्वर के नाम नूं जगह नहीं मिलती। वो जगह लियाउण वास्ते गुरु अमरदास महाराज ने कहा, अंदरों जिनका मोह टुटा तिनका शब्द सच्चे सवारिया। अंदरों संसारक मोह निकल गया तो उन्हां दा शब्द सवारिया गया, उन्हां दे अंदर परमेश्वर का नाम बस गया। जिन्हां दे अंदर परमेश्वर का नाम बसिया उन्हां नूं की सत्कार मिलिया संसार दे अंदर। उन्हां नूं बड़े सत्कार अखरां नाल सत्कारिया गया गुरु ग्रंथ साहिब जी दे अंदर। किसी नूं भगत का दर्जा दिता गया, किसी नूं ब्रह्म ज्ञानी का दर्जा दिता गया, किसी नूं साध, किसी नूं संत, किसी नूं गुरमुख। बड़े सत्कार तौहदे ने गुरु ग्रंथ साहिब जी दे अंदर। ये हरेक बंदे नूं नहीं दिते जांदे। ये अहुदे जिहड़े हन हरेक बंदा लिख लवे मर्जी है बखरी, कोई लिख के फट्टी ला लवे वो बखरी गल है। पर ये सत्कार तौहदे संसार वालों भी, संसार सृष्टि दे अंदर परमेश्वर रमिया होया, वो सारे परमेश्वर रमिया होया देखदा है। किन्हां पुरखां विच लछण घटदे हन, उन्हां नूं सत्कारत नाम दुनिया ही दे दिंदी है। भगत भगत सुनिए तै लोए, जाके हिरदे एको होए। उन्होंने भगतों की गिणती में लोक दुनिया सारी लुकाई भगत कहण लग जाती है। जिन्हां दे हिरदे दे उत्ते परमेश्वर के नाम तो बिना कोई दूजी गल नहीं हुंदी। परमेश्वर के नाम नूं जगह दिती है। सच करनी सच तां की रहत, उन्हां दी करनी भी सच्ची है। उन्हां दी रहत बैत बैठना उठना वो जो सच दे मार्ग ते चलना है वैसे ही चलते हैं। वो दूसरी रहत बैत नहीं, संसार वाली नहीं। जो सच की रहत बैत है, जो सच्ची सुच्ची किरत है, सच्चा सुच्चा संसार का कारज है, ਉਹਦੇ उत्ते चलते हैं। सच करनी सतमुख है, साची दृष्ट साचा आकार। सारी सृष्टि दे विच सच्चे परमेश्वर नूं देखते हैं। उन्होंने भगतां दा दर्जा संसार के लोग दे दिंदे आ। इस करके भाई गुरु ग्रंथ साहिब जी की पवित्र बाणी ਉਹਦੇ ते जे सुनीए, सुनन दे विच ठीक है, आनंद तो सुनन विच भी आउंदा है। कोई पदार्थ आपां बिना बेध्याने हो के भी छक लईए, वो पदार्थ अंदर अपना असर कर जाता है। इस तरह जिहड़ी बाणी है पढ़न दे नाल असर तो करदी है शरीर दे उत्ते, पर जे आत्मा हाज़र नहीं हुंदी आत्मा ते असर नहीं करदी। गुरु नानक देव महाराज ने दौलत खां नूं कहा सी, जिन्हें नमाज पढ़नी सी वो तां काबल कंधार घोड़े खरीददा सी। तेरे शरीर ने नमाज पढ़ी है, शरीर की नमाज हो रहा, शरीर ते असर तो करदी है वो, पर जिहड़ी आत्मा ने अगे जाके जिस आत्मा नूं बख्शिश होनी सी, जिहड़ी आत्मा ने निरंकार दे पेश होना सी, उस आत्मा ते असर नहीं करदी। क्योंकि आत्मा ही शरीरां विचों निकल के दूजियां शरीरां विच प्रवेश करदी है। इस करके सब तो वड्डी गल है आत्मा नूं मन नूं एकागर करके परमेश्वर का नाम जपिया जावे तां उहदा लाभ ज़्यादा है। कई बारी मनुख उहनूं एकागर करन वास्ते, मन किस तरह एकागर हुंदा है, ਇਹਦੇ अंदर की कमी है, ये सारिया कमियां गुरु ग्रंथ साहिब विच लिखियां हन। की कारण है मनुख की एकाग्रता विच, की कारण है मनुख परमेश्वर तक नहीं पहुँचता, की कारण है मनुख के अंदर आत्मा जिहड़ी है परमेश्वर के नाम नूं फड़दी नहीं है। गुटका फड़ के भी वो परमेश्वर नूं नहीं फड़दी, संसार नूं फड़दी है। गुरुद्वारे आके भी परमेश्वर के चरनां नाल मन नहीं जुड़दा, फिर भी संसार नूं फड़दा है। जदों मसीत के अंदर जाके दौलत खां काबल कंधार फिरदा सी, संसार ही फड़िया होया सी। काजी अपने घर फिरदा सी, घोड़ी का बछेरा साਂਭਦਾ फिरदा सी, ਉਹਦੀ आत्मा घरे फिरदी सी। इस करके गुरु ग्रंथ साहिब जी महाराज की पवित्र बाणी जीवां नूं समझाउण वास्ते ही उचारी है सतगुरां ने। वो जिहड़ा मनुख इस बाणी ते चलदा है, तुरदा है, कोशिश करदा है, ਉਹਨੂੰ कोई ना कोई वस्ता मिल जाती है। मत भुलेखा रह जाए। बहुत लोग साधु संतां ते उंगल रखते हैं। गुरमुखो उंगल जिहड़ा मर्जी रखी जाए, पर गुरबाणी सत्कारत उन्होंने अहुदे दिते हुए ने गुरबाणी ने। उन्होंने गुरबाणी उन्हों दे कुरबान जाती है। हों कुरबाने जाओ मेहरबाना, हों कुरबाने जाओ, हों कुरबाने जाओ तिन्हां के लैण जो तेरा नाम। नहीं कोई कुरबान जाता ना सही, पर गुरबाणी जाती है। गुरु पीर महात्मा लोग उन्होंने कुरबान जाते हैं। हों तिस कोल कमाया पर दरवे नूं हथ न लावे, हों तिस कोल कमाया पर नारी के नेड़ न जावे। भाई गुरदास जी के बचन हैं। भाई गुरदास जी कहते उन्होंने कुरबानी गुरसिखां भाए भगत पुरब करन दे। उन्होंने सिखां दे भी कुरबान जाइए जिहड़े अपने गुरुआं दे दिन मनाउंदे आ।
ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਕਹਿੰਦੇ ਉਹਨਾਂ ਦੇ ਵੀ ਕੁਰਬਾਨ ਜਾਈਏ, ਉਹਨਾਂ ਦੇ ਵੀ ਬਾਣੀ ਬਲਿਹਾਰ ਜਾਂਦੀ ਹੈ। ਇਸ ਕਰਕੇ ਭਾਈ ਬਾਣੀ ਬਲਿਹਾਰ ਜਾਂਦੀ, ਮਨੁੱਖ ਨਹੀਂ ਜਾਂਦਾ ਨਾ ਜਾਵੇ, ਉਹਦੀ ਮਰਜ਼ੀ ਹੈ। ਜਿਹੜਾ ਉਹਦੇ 'ਤੇ ਬਲਿਹਾਰ ਨਹੀਂ ਜਾਂਦਾ ਤੇ ਉਹਨੂੰ ਵੀ ਸਤਿਕਾਰ ਨਹੀਂ ਦੁਨੀਆ ਦਿੰਦੀ, ਸਮਾਜ ਉਹਨੂੰ ਵੀ ਸਤਿਕਾਰ ਨਹੀਂ ਦਿੰਦਾ। ਨਾਮ ਜਪਣ ਵਾਲਿਆਂ ਨੂੰ ਕੋਈ ਸਤਿਕਾਰ ਦਿੰਦਾ ਤੇ ਉਹਨੂੰ ਵੀ ਸਤਿਕਾਰ ਸਮਾਜ ਦਿੰਦਾ ਹੈ। ਇਸ ਕਰਕੇ ਨਾਮ ਦੀ ਮਹਿਮਾ ਹੈ। ਜਿਹੜੇ ਨਾਮ ਦਾ ਸਤਿਕਾਰ ਕਰਦੇ ਆ, ਪਰਮੇਸ਼ਰ ਦਾ ਸਤਿਕਾਰ ਕਰਦੇ ਆ, ਉਹਨਾਂ ਦਾ ਸਤਿਕਾਰ ਦੁਨੀਆ ਦੇ ਲੋਕ ਕਰਦੇ ਆ। ਉਹਨਾਂ ਦਾ ਸਤਿਕਾਰ ਪਰਮੇਸ਼ਰ ਕਰਾਉਂਦਾ ਹੈ। ਹਰ ਆਪਣੇ ਭਗਤਾਂ ਕੀ ਪੈਰੀਂ ਪਾਵੈ, ਪਰਮੇਸ਼ਰ ਆਪਣੇ ਭਗਤਾਂ ਦੀ ਪੈਰੀਂ ਸੰਸਾਰ ਨੂੰ ਪਾਉਂਦਾ ਹੈ। ਸੰਸਾਰ ਦੇ ਲੋਕ ਉਹਨਾਂ ਦੇ ਪੈਰੀਂ ਡਿੱਗਦੇ ਹਨ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਜੋ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ, ਹੁਕਮਨਾਮਾ ਭਾਵੇਂ ਲੰਬਾ ਹੈ, ਅਸ਼ਟਪਦੀਆਂ ਦੇ ਅੰਦਰ ਹੈ, ਥੋੜ੍ਹਾ ਹੀ ਉਹਦੀ ਅਰਥ ਕੀਤੇ ਜਾਣਗੇ ਕਿਉਂਕਿ ਲੰਬਾ ਹੁਕਮਨਾਮਾ ਹੈ, ਅਸ਼ਟਪਦੀਆਂ ਵਿੱਚ ਹੈ। ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਸਤਿਗੁਰੂ ਜੀ ਜਿੰਨੇ ਕੁ ਬਖਸ਼ਿਸ਼, ਜਿੰਨੇ ਕੁ ਮਤ ਬੁੱਧੀ ਸਤਿਗੁਰੂ ਜੀ ਬਖਸ਼ਦੇ ਆ, ਉਸ ਮਤ ਬੁੱਧੀ ਦੇ ਅਨੁਸਾਰ ਭਾਈ ਜਿੰਨਾ ਵੀ ਸਮਾਂ ਕੰਨਾਂ ਦੇ ਅੰਦਰ ਗੁਰਬਾਣੀ ਦੀ ਵਿਚਾਰ ਨੂੰ ਨਿਗਾਹ ਲਈਏ, ਉਨੇ ਸਵਾਦ ਸਫਲੇ ਆ। ਠੀਕ ਹੈ, ਇਹਦਾ ਭਾਵੇਂ ਪਤਾ ਨਹੀਂ ਲੱਗਦਾ ਮਨੁੱਖ ਨੂੰ, ਪਰ ਇਹਦਾ ਜਦੋਂ ਫਲ ਬਾਅਦ ਵਿੱਚ ਪ੍ਰਾਪਤ ਹੁੰਦਾ ਫਿਰ ਪਤਾ ਲੱਗਦਾ। ਜਦੋਂ ਜ਼ਮੀਨ ਵਿੱਚ ਦਾਣੇ ਸਿੱਟ ਦਈਏ, ਦਾਣੇ ਬੀਜਣ ਤੋਂ ਬਾਅਦ ਪਤਾ ਨਹੀਂ ਲੱਗਦਾ। ਹੌਲੀ ਹੌਲੀ ਸਮੇਂ ਮੁਤਾਬਕ ਬੀਜ ਜੰਮਦੇ ਆ, ਉਹ ਬੀਜਾਂ ਨੂੰ ਹੌਲੀ ਹੌਲੀ ਫਲ ਪੈ ਕੇ ਫਿਰ ਮਨੁੱਖ ਨੂੰ ਜਦੋਂ ਉਹਦਾ ਫਲ ਮਿਲਦਾ ਫਿਰ ਮਨੁੱਖ ਨੂੰ ਖੁਸ਼ੀ ਹੁੰਦੀ ਆ। ਭਾਵੇਂ ਬੀਜਣ ਲੱਗਿਆਂ ਕੁਛ ਨਹੀਂ ਦਿਸਦਾ, ਭਾਵੇਂ ਠੀਕ ਹੈ ਬਾਹਰ ਦੁਨੀਆ ਬੜੀ ਘੁੰਮਦੀ ਹੈ, ਆਪਣੇ ਆਪਣੇ ਕਾਰੋਬਾਰਾਂ ਵਿੱਚ ਦੁਨੀਆ ਖਚਤ ਹੈ, ਆਪਣੇ ਵਿਹਾਰਾਂ ਵਿੱਚ ਦੁਨੀਆ ਖਚਤ ਹੈ, ਪਰ ਬਹੁਤ ਸਾਰੇ ਭਾਈ ਆਪਣੀ ਆਤਮਾ ਦੇ ਭਲੇ ਵਾਸਤੇ, ਆਪਣੀ ਜੀਵ ਆਤਮਾ ਦੇ ਭਲੇ ਵਾਸਤੇ ਨਿਰੰਕਾਰ ਦੇ ਚਰਨਾਂ ਵਿੱਚ ਬੈਠੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹੈ। ਮਹੀਨੇ ਬਾਅਦ ਇੱਕ ਦਿਨ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣੀ ਜਿੱਦਾਂ ਘੜੀ ਦਾ ਟਾਈਮ ਖਰਾਬ ਹੋ ਜਾਂਦਾ, ਉਹਨੂੰ ਅੱਗੇ ਰੇਡੀਓ ਸਟੇਸ਼ਨ ਦੇ ਨਾਲ ਮਿਲਾ ਲੈਂਦੇ ਹੁੰਦੇ ਸੀ। ਹੁਣ ਵੀ ਰੇਡੀਓ ਸਟੇਸ਼ਨ ਜਾਂ ਟੈਲੀਵਿਜ਼ਨਾਂ ਨਾਲ ਟਾਈਮ ਮੇੜ ਲੈਂਦੇ ਆ। ਇਸ ਤਰ੍ਹਾਂ ਮਨੁੱਖ ਦਾ ਜਦੋਂ ਮਨ ਦਾ ਟਾਈਮ ਖਰਾਬ ਹੋ ਜਾਵੇ, ਗੁਰਬਾਣੀ ਦੇ ਅਨੁਸਾਰ ਆ ਕੇ ਆਪਣੇ ਮਨ ਨੂੰ ਖੜਾ ਕਰੇ। ਗੁਰਬਾਣੀ ਕੀ ਕਹਿੰਦੀ ਆ, ਮੈਂ ਕਿੱਥੇ ਤੁਰਿਆ ਹੋਇਆ। ਜਾਂ ਮਹੀਨੇ ਬਾਅਦ ਤਾਂ ਵੈਸੇ ਹੀ ਕੋਈ ਆਪਣੀ ਗੱਡੀ ਮਿਸਤਰੀ ਦੇ ਲੈ ਜਾਵੇ, ਸਰਵਿਸ ਕਰਾ ਲਿਆਵੇ, ਮਾੜਾ ਮੋਟਾ ਹੱਥ ਫਰਾ ਲਵੇ, ਗੱਡੀ ਵਧੀਆ ਚੱਲਦੀ ਹੈ। ਮਹੀਨੇ ਬਾਅਦ ਆਪਣੀ ਸਰੀਰ ਆਤਮਾ ਨੂੰ ਲੈ ਕੇ ਗੁਰੂਦੁਆਰੇ ਗੁਰੂ ਘਰ ਵਿੱਚ ਆਵੇ, ਉੱਥੇ ਗੁਰੂ ਘਰ ਦੇ ਵਿੱਚ ਬਾਣੀ ਸੁਣ ਕੇ ਮਨੁੱਖ ਸੋਚੇ ਮੈਂ ਕਿੱਥੇ ਤੁਰਦਾ, ਗੁਰਬਾਣੀ ਕੀ ਕਹਿੰਦੀ ਹੈ, ਗੁਰੂ ਸਾਹਿਬ ਕੀ ਕਹਿੰਦੇ ਆ, ਮੈਂ ਕਿੱਥੇ ਤੁਰਿਆ ਹੋਇਆ। ਇਹਦੀ ਹੌਲੀ ਹੌਲੀ ਵਿਚਾਰ ਕਰਕੇ ਮਨੁੱਖ ਨੂੰ ਫਿਰ ਹੌਲੀ ਹੌਲੀ ਜਿਹੜੀ ਆਤਮਾ ਪਰਮੇਸ਼ਰ ਦੇ ਨਾਲ ਜੁੜਦੀ ਨਹੀਂ ਹੈ, ਉਹ ਹੌਲੀ ਹੌਲੀ ਜੁੜਨ ਲੱਗ ਜਾਂਦੀ ਹੈ। ਸੋ ਥੋੜ੍ਹੇ ਸਮੇਂ ਵਾਸਤੇ ਵਿਚਾਰ ਸਤਿਗੁਰੂ ਜੀ ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ। ਸਭ ਜਗ ਜਿਨੇ ਪਾਇਆ ਭਾਈ ਕਰਨ ਕਾਰਨ ਸਮਰੱਥ। ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਨਿਰੰਕਾਰ ਇੱਕੋ ਹੀ ਹੈ, ਕੋਈ ਦੂਸਰਾ ਕੋਈ ਨਹੀਂ ਹੈ। ਕਰਨ ਕਾਰਨ ਸਮਰੱਥ, ਇੱਕ ਕਰਨ ਹੁੰਦਾ ਇੱਕ ਕਾਰਨ ਹੁੰਦਾ। ਕਾਰਨ ਹੁੰਦਾ ਜਿੱਦਾਂ ਮਿੱਟੀ ਹੈ, ਇੱਕ ਕਾਰਨ ਹੈ। ਜੇ ਮਿੱਟੀ ਨਾ ਹੋਵੇ, ਘੁਮਾਰ ਹੋਵੇ ਤਾਂ ਫਿਰ ਉਹਦਾ ਭਾਂਡੇ ਨਹੀਂ ਬਣਾ ਸਕਦਾ। ਜੇ ਘੁਮਾਰ ਨਾ ਮਿੱਟੀ ਹੋਵੇ ਤਾਂ ਘੁਮਾਰ ਨਾ ਹੋਵੇ ਤਾਂ ਵੀ ਨਹੀਂ ਗੱਲ ਬਣਦੀ। ਜੇ ਮਿੱਟੀ ਹੋਵੇ ਤਾਂ ਘੁਮਾਰ ਹੋਵੇ ਤਾਂ ਵੀ ਨਹੀਂ, ਮਿੱਟੀ ਨਾ ਹੋਵੇ, ਇੱਕ ਚੀਜ਼ ਇਹਨਾਂ 'ਚੋਂ ਨਾ ਹੋਵੇ। ਕਾਰਨ ਹੈ ਮਿੱਟੀ, ਕਰਨ ਹੈ ਪਰਮੇਸ਼ਰ। ਕਾਰਨ ਪੈਦਾ ਹੋਇਆ ਅਤੇ ਕਰਨ ਨਾਲ ਸੀ, ਉਹਨੇ ਉਹਨੂੰ ਸਾਜ ਕੇ ਮਿੱਟੀ ਬਣਾ ਦਿੱਤੀ, ਮਿੱਟੀ ਦਾ ਫਿਰ ਜੀਵ ਜੰਤੂ ਬਣਾ ਦਿੱਤੇ। ਇੱਕੋ ਹੀ ਮਾਸ ਤੋਂ ਇੱਕੋ ਹੀ ਲਹੂ ਤਿਆਰ ਕਰਕੇ ਕਿੰਨੇ ਜੀਵ ਪੈਦਾ ਕੀਤੇ। ਹਾਰਟ ਮਾਸ ਨਾੜੀ ਦੋਏ ਪਿੰਜਰ ਵਿੱਚ ਪੰਖੀ ਬਸੇ ਵਿਚਾਰਾ। ਇਹ ਸਰੀਰ ਨੂੰ ਜੋੜ ਕੇ ਇਹਦੇ ਵਿੱਚ ਲਹੂ ਹੋਰ ਹੱਡ ਮਾਸ ਨਾੜੀਆਂ ਇਕੱਠੀਆਂ ਕਰਕੇ ਇਹਦਾ ਇੱਕ ਭਾਂਡਾ ਤਿਆਰ ਕਰ ਦਿੱਤਾ। ਪਰਮੇਸ਼ਰ ਕਾਰਨ ਵੀ ਹੈ, ਕਰਨ ਵੀ ਹੈ। ਉਹ ਸ੍ਰਿਸ਼ਟੀ ਨੂੰ ਸਾਜਣਹਾਰ ਹੈ। ਕੋਈ ਸੰਸਾਰ ਸ੍ਰਿਸ਼ਟੀ ਨੂੰ ਵਧਾ ਨਹੀਂ ਸਕਦਾ। ਕੋਈ ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ, ਰਾਜਾ ਚੱਕਰਵਰਤੀ ਹੋਵੇ, ਉਹ ਜੇ ਕਹੇ ਕਿ ਮੇਰੇ ਮਨ ਭਾਉਂਦੀ, ਮੇਰੇ ਮਨ ਬਸਦੀ, ਮੇਰੇ ਮਨ ਦੀ ਇੱਛਾ ਮੁਤਾਬਕ ਔਲਾਦ ਪੈਦਾ ਹੋ ਜਾਵੇ, ਕਦੀ ਨਹੀਂ ਹੁੰਦੀ। ਉਹਦੇ ਹੱਥ ਦੇ ਵਿੱਚ ਇਹ ਗੱਲ ਨਹੀਂ ਹੈ ਔਲਾਦ ਪੈਦਾ ਕਰਨੀ ਜਾਂ ਸੁਚੱਜੀ ਔਲਾਦ ਹੋਣੀ ਜਾਂ ਕਿਸ ਤਰ੍ਹਾਂ ਹੋਣੀ। ਇਹ ਨਿਰੰਕਾਰ ਦੇ ਹੱਥ ਵਿੱਚ ਹੈ। ਉਹਨੇ ਜੀਵ ਪੈਦਾ ਕੀਤੇ, ਕਰਨ ਵੀ ਅਤੇ ਕਰਨ ਵੀ ਆ। ਸਭ ਜਗ ਜਿਨੇ ਉਪਾਇਆ ਭਾਈ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਸੰਸਾਰ ਨੂੰ ਉਪਾਇਆ ਹੈ। ਕਰਨ ਕਾਰਨ ਸਮਰੱਥ, ਉਹ ਸਮਰੱਥ ਹੈ। ਕਰਨ ਦੇ ਕਾਰਨ ਵੀ ਸਮਰੱਥ ਹੈ। ਉਹ ਇਹਨੂੰ ਖਤਮ ਵੀ ਕਰ ਸਕਦਾ, ਮੁੜ ਕੇ ਵੀ ਬਣਾ ਸਕਦਾ। ਉਹ ਭਾਂਡੇ ਢਾਹ ਕੇ ਮੁੜ ਕੇ, ਜਿੱਦਾਂ ਘੁਮਾਰ ਹੈ, ਭਾਂਡਿਆਂ ਨੂੰ ਖਤਮ ਕਰਕੇ ਮੁੜ ਕੇ ਭਾਂਡੇ ਫਿਰ ਤਿਆਰ ਕਰ ਦਿੰਦਾ। ਇਸ ਤਰ੍ਹਾਂ
परमेश्वर निरंकार ਉਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਪਤਾ ਨਹੀਂ ਕਿੱਥੇ ਕਿੱਥੇ ਜੀਵ ਨੇ। ਮਨੁੱਖ ਦੀ ਗਿਣਤੀ ਵਿੱਚ ਹਾਲੇ ਤੱਕ ਨਹੀਂ ਜੀਵ ਆਏ। 42 ਲੱਖ ਜੀਵ ਪਾਣੀ ਵਿੱਚ ਹਨ, 42 ਲੱਖ ਥਲ ਵਿੱਚ ਹਨ। ਸਾਇੰਸ ਭਾਵੇਂ ਬਹੁਤ ਤਰੱਕੀ ਕਰ ਗਈ, ਪਰ ਸਾਇੰਸ ਦੀ ਗਿਣਤੀ ਵਿੱਚ 84 ਲੱਖ ਜੂਨ ਹਾਲੇ ਤੱਕ ਗਿਣਤੀ ਵਿੱਚ ਨਹੀਂ ਆਈ ਹੈ। ਭਾਵੇਂ ਥੋੜ੍ਹੀਆਂ ਜੂਨਾਂ ਗਿਣਤੀ ਵਿੱਚ ਆਈਆਂ ਨੇ। 84 ਲੱਖ ਕਈ ਮਨੁੱਖ ਦੀ ਅੱਖਾਂ ਤੋਂ ਵੀ ਪਰੇ ਜੂਨਾਂ ਹਨ ਜਿਹੜੀਆਂ ਇਸ ਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਨਿਰੰਕਾਰ ਜੀ ਨੇ 84 ਲੱਖ ਜੂਨ ਪੈਦਾ ਕੀਤੀ ਹੈ। ਉਹ ਕਰਨ ਕਾਰਨ ਸਮਰੱਥ ਹੈ। ਬਾਕੀ ਦੁਨੀਆ ਦੇ ਲੋਕ ਕਿਸੇ ਮਨੁੱਖ ਨੂੰ ਕੋਈ ਨਹੀਂ ਬਣਾ ਸਕਦਾ। ਕਿਸੇ ਕੋਈ ਪਸ਼ੂ ਨੂੰ ਕਹੇ ਮੈਂ ਪਸ਼ੂ ਬਣਾ ਦੇਵਾਂ ਜਾਂ ਇਹਨੂੰ ਪੈਦਾ ਕਰ ਦੇਵਾਂ, ਮਿੱਟੀ ਤਾਂ ਉਹੀ ਹੈ। ਉਹ ਮਿੱਟੀ ਤੋਂ ਹੀ ਜੀਵ ਪੈਦਾ ਕਰਕੇ ਵੀ ਜੀਵ ਆਤਮਾ ਪਾਈ ਕੀ ਆ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ। ਬਜਾਇਆ ਬਾਜਾ ਪਾਉਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ ਸਾਰੇ ਜੀਵ ਆਤਮਾ ਪੈਦਾ ਵਿੱਚ ਪਾ ਕੇ 10 ਦਰਵਾਜ਼ੇ ਸਰੀਰ ਦੇ ਬਣਾ ਦਿੱਤੇ। ਇੱਕ 10ਵਾਂ ਦਰਵਾਜ਼ਾ ਗੁਪਤ ਰੱਖ ਦਿੱਤਾ ਜਿਹਦਾ ਕਿਸੇ ਨੂੰ ਪਤਾ ਨਹੀਂ ਹੈ। ਮਹਾਤਮਾ ਲੋਕਾਂ ਤੋਂ ਬਿਨਾਂ ਇਹਦੀ ਸੋਝੀ ਨਹੀਂ ਆਉਂਦੀ। ਜਬ ਜਗ ਜਿਨੇ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਜੀਓ ਪਾਏ ਪਿੰਡ ਜਿਨ ਸਾਜਿਆ ਭਾਈ। ਜੀਵ ਆਤਮਾ ਵਿੱਚ ਉਹਦੇ ਪਾ ਕੇ ਪਾਂਡੇ ਸਾਜ ਕੇ ਵੀ ਜੀਵ ਆਤਮਾ ਪਾ ਦਿੱਤੀ। ਦੇ ਕਰ ਆਪਣੀ ਬੱਥ, ਆਪਣੀ ਸਤਾ ਦੇ ਕੇ ਜੀਵ ਆਤਮਾ ਆਪਣੀ ਸਤਾ ਤੋਂ ਪੈਦਾ ਕੀਤੀ ਹੈ। ਘਟ ਘਟ ਮੈਂ ਹਰ ਜੂ ਬਸੇ ਸੰਤ ਨੇ ਕਹਿਓ ਪੁਕਾਰ। ਸਾਰੀ ਸ੍ਰਿਸ਼ਟੀ ਵਿੱਚ ਆਪ ਰਮਿਆ ਹੋਇਆ। ਉਹਦੀ ਜੀਵ ਆਤਮਾ ਜਦੋਂ ਵਿੱਚੋਂ ਨਿਕਲ ਜਾਂਦੀ ਸਰੀਰ ਮਿੱਟੀ ਹੋ ਜਾਂਦਾ। ਉਹ ਹਰੇਕ ਪਰਮੇਸ਼ਰ ਦੇ ਨਾਲ ਉਹ ਜੀਵ ਆਤਮਾ ਜੁੜੀ, ਉਹਦਾ ਸੰਬੰਧ ਹੈ। ਇਸ ਕਰਕੇ ਹਰੇਕ ਜੀਵ ਨੂੰ ਜਾਣਦਾ ਹੈ, ਹਰੇਕ ਪਸ਼ੂ ਪੰਛੀ ਨੂੰ ਜਾਣਦਾ ਹੈ, ਹਰੇਕ ਜਾਨਵਰ ਨੂੰ ਜਾਣਦਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ ਪਾ, ਦੇ ਕਰ ਆਪਣੀ ਬੱਥ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਇੱਕ ਕਥ। ਨਾ ਕੋਈ ਗੱਲ ਕਹਿਣ ਦੀ ਨਾ ਕਥਨ ਦੀ ਹੈ। ਜਿਹੜਾ ਅਕਥ ਹੋਵੇ ਕਹਿਣ ਕਥਨ ਤੋਂ ਬਾਹਰ ਹੋਵੇ। ਕੋਈ ਸਾਇੰਸਦਾਨ ਹੈ, ਉਹਦੀ ਸਮਰੱਥਾ ਹੈ ਵੀ ਇੱਥੇ ਤੱਕ ਹੈ ਉਹਦੀ ਸੋਚ। ਬਾਕੀ ਕੋਈ ਮਨੁੱਖ ਹੈ ਦੁਨੀਆ ਦੇ ਅੰਦਰ ਵਿਦਵਾਨ ਹੈ, ਉਹਦੀ ਸੋਚ ਕਿੱਥੇ ਤੱਕ ਹੈ, ਉਹਦੀ ਹੈ ਸਾਧ ਸੰਗਤ ਕੋਈ ਹੱਦ ਹੁੰਦੀ ਆ। ਜਿਹੜਾ ਕਰਨ ਕਾਰਨ ਸਮਰੱਥ ਹੈ ਅਕਥ। ਕਿਨ ਕਹੀਏ ਕਿਉਂ ਦੇਖੀਏ ਭਾਈ। ਕਿੱਦਾਂ ਦੇਖੀਏ ਅਤੇ ਕਿੱਦਾਂ ਉਹਨੂੰ ਕਹਿ ਸਕਦੇ ਹਾਂ। ਜਿਹੜੀ ਚੀਜ਼ ਦੇਖੀ ਨਹੀਂ ਹੈ ਉਹਦਾ ਕਹਿਣਾ ਵੀ ਬੜੀ ਮੁਸ਼ਕਿਲ ਗੱਲ ਹੈ। ਕੋਈ ਕਹਿ ਦੇਵੇ ਵੱਖਰੀ ਗੱਲ ਹੈ, ਪਰ ਕਹਿਣਾ ਬੜੀ ਮੁਸ਼ਕਿਲ ਗੱਲ ਹੈ। ਜਦ ਦੇਖੀ ਨਹੀਂ ਚੀਜ਼, ਦੇਖਣ ਤੋਂ ਬਿਨਾਂ ਉਹਦਾ ਪਤਾ ਨਹੀਂ ਹੈ ਕਿੱਡਾ ਕੁਦਾ ਦਾਇਰਾ ਉਹਦਾ ਹੈ, ਕਿੱਡਾ ਕੁਦਾ ਦੂਰ ਤੱਕ ਸਮਰੱਥਾ ਹੈ ਉਹਦੀ। ਕਿਨ ਕਹੀਏ ਕਿਉਂ ਦੇਖੀਏ ਭਾਈ। ਉਸ ਨਿਰੰਕਾਰ ਨੂੰ ਦੇਖਣ ਵਾਸਤੇ ਅੱਖ ਜਿਹੜੀ ਹੋਰ ਹੈ। ਬਾਕੀ ਇਹ ਅੱਖਾਂ ਜਿਹੜੀਆਂ ਹਨ ਸੰਸਾਰੀ ਅੱਖਾਂ, ਸੰਸਾਰ ਨੂੰ ਦੇਖਦੀਆਂ ਹਨ। ਇੱਕ ਜਿਹੜੀਆਂ ਅੱਖਾਂ ਨਾਨਕ ਸੇ ਅਖੜੀਆਂ ਬਿਹਾਨ ਜਿਹਨੇ ਦਸੰਦੋ ਮਾਂ ਪੀਰੀ, ਉਹ ਅੱਖਾਂ ਵੱਖਰੀਆਂ ਨੇ। ਇਹ ਅੱਖਾਂ ਸੰਸਾਰ ਨੂੰ ਦੇਖਦੀਆਂ ਹਨ, ਉਹ ਅੱਖਾਂ ਪਰਮੇਸ਼ਰ ਨੂੰ ਦੇਖਦੀਆਂ ਹਨ। ਉਹ ਅੱਖਾਂ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀਆਂ ਉਹ ਦੇਖਦੇ ਹਨ ਪਰਮੇਸ਼ਰ ਕਿੱਥੇ ਤੱਕ ਹੈ, ਕੀ ਕਰਦਾ ਹੈ। ਉਹ ਜਿਹਨੂੰ ਉਹ ਉੱਥੇ ਅਵਸਥਾ ਮਿਲ ਜਾਂਦੀ ਉਹਨੂੰ ਕਹਿੰਦੇ ਬ੍ਰਹਮ ਗਿਆਨੀ। ਬ੍ਰਹਮ ਅਵਸਥਾ, ਉਹ ਬ੍ਰਹਮ ਸਰੂਪ ਹੋ ਗਿਆ। ਜਿੱਥੇ ਜਿੱਥੇ ਵੀ ਸ੍ਰਿਸ਼ਟੀ ਸਾਜੀ ਆ, ਜਿੱਥੇ ਜਿੱਥੇ ਬ੍ਰਹਿਮੰਡ ਹੈ, ਉੱਥੇ ਉੱਥੇ ਉਹਨਾਂ ਬ੍ਰਹਿਮੰਡਾਂ ਦਾ ਪਤਾ ਹੈ। ਉੱਥੇ ਉੱਥੇ ਉਹਨਾਂ ਬ੍ਰਹਿਮੰਡਾਂ ਤੱਕ ਉਹਦੀ ਪਹੁੰਚ ਹੁੰਦੀ ਆ। ਸੰਤ ਮਹਾਰਾਜ ਜੀ ਹਰਖੋ ਵਾਲੀਏ ਜਿਨ੍ਹਾਂ ਦੇ ਪਵਿੱਤਰ ਸਥਾਨ 'ਤੇ ਤੁਸੀਂ ਬੈਠੇ ਹੋ, ਇੱਕ ਵਾਰੀ ਕੋਈ ਪ੍ਰੇਮੀ ਨੂੰ ਕਹਿਣ ਲੱਗੇ ਸ਼ਿਵ ਸਿਆਂ ਤੂੰ ਸਾਡੇ ਨਾਲੋਂ ਚੰਗਾ ਹੈ। ਕਹਿਣ ਲੱਗੇ ਮਹਾਰਾਜ ਅਸੀਂ ਸੰਸਾਰੀ ਜੀਵ ਹੈ, ਅਸੀਂ ਗ੍ਰਸਤੀ ਲੋਕ ਹਾਂ, ਅਸੀਂ ਤੁਹਾਡੇ ਨਾਲੋਂ ਚੰਗੇ ਕਿੱਦਾਂ ਹੋ ਸਕਦੇ ਹਾਂ। ਕਹਿਣ ਲੱਗੇ ਗੁਰਮੁਖਾ ਤੈਨੂੰ ਆਪਣੇ 2-4 ਘਰ ਦੇ ਸਰੀਰ ਹੈ, ਉਹਨਾਂ ਦੀ ਚਿੰਤਾ ਹੈ। ਸਾਨੂੰ ਇੱਕ ਇੱਕ ਸੈਕਿੰਡ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਅਰਦਾਸਾਂ ਕਿਹੜੇ ਕਿਹੜੇ ਬ੍ਰਹਿਮੰਡ ਤੋਂ ਆਉਂਦੀਆਂ, ਕਿੱਥੇ ਕਿੱਥੇ ਦੁਨੀਆ ਸਾਜੀ ਹੈ। ਸਾਡਾ 4 ਚੁਫੇਰੇ ਹਰ ਵੇਲੇ ਅਰਦਾਸਾਂ ਜ਼ਰੂਰੀ ਨਹੀਂ ਪਈ ਇੱਥੇ ਰਾਤ ਪੈ ਗਈ ਆ ਉੱਧਰ ਦਿਨ ਨਹੀਂ ਹੈ। ਸਾਰੀ ਸ੍ਰਿਸ਼ਟੀ ਅੰਦਰ ਕਿਤੇ ਦਿਨ ਹੈ ਕਿਤੇ ਰਾਤ ਹੈ। ਉੱਥੇ ਦਿਨ ਦੇ ਅੰਦਰ ਦੁਨੀਆ ਅਰਦਾਸਾਂ ਉੱਥੋਂ ਕਰੀ ਜਾਂਦੀ ਹੈ। ਕਹਿਣ ਲੱਗੇ ਸਾਨੂੰ ਇੱਕ ਇੱਕ ਮਿੰਟ ਦੇ ਵਿੱਚ ਪਤਾ ਨਹੀਂ ਕਿੰਨਿਆਂ ਕਿੰਨਿਆਂ ਬ੍ਰਹਿਮੰਡਾਂ ਵਿੱਚੋਂ ਅਰਦਾਸਾਂ ਆਉਂਦੀਆਂ। ਗੁਰਮੁਖਾ ਇਹ ਪਰਮੇਸ਼ਰ ਦਾ ਪਸਾਰਾ ਹੈ। ਬ੍ਰਹਿਮੰਡਾਂ ਦੀ ਗਿਣਤੀ ਕੋਈ ਨਹੀਂ ਹੈ। ਪਤਾ ਕਿੰਨੇ ਕੁ ਬ੍ਰਹਿਮੰਡ ਨੇ, ਉਹਨਾਂ ਸਾਰਿਆਂ ਬ੍ਰਹਿਮੰਡਾਂ ਵਿੱਚ ਨਿਰੰਕਾਰ ਦੀ ਸਤਾ ਹੈ। ਕਿਨ ਕਹੀਏ ਕਿਉਂ ਦੇਖੀਏ ਭਾਈ, ਕੌਣ ਦੇਖ ਸਕਦਾ ਕਿੱਥੇ ਤੱਕ ਅਵਸਥਾ ਹੈ। ਦਸਤਗੀਰ ਪੀਰ ਦੇ ਚੇਲੇ ਨੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਗਿਆ। ਜਾ ਕੇ ਆਪਣੇ ਪੀਰ ਦਸਤਗੀਰ ਨੂੰ ਕਹਿਣ ਲੱਗਿਆ ਕਿ ਮੈਂ ਇੱਕ ਹਿੰਦੂ ਪੀਰ ਦੇਖਿਆ ਹੈ, ਉਹ ਕੁਫਰ ਤੋਲਦਾ ਹੈ। ਉਹਨੇ ਕਿਹਾ ਕੀ ਕੁਫਰ ਤੋਲਦਾ ਹੈ? ਕਹਿੰਦਾ ਸਾਡੇ ਗੁਰੂ ਨੇ ਦੱਸਿਆ 14 ਸੱਤ ਪਤਾਲ ਨੇ, 7 ਆਕਾਸ਼ ਨੇ,
वो लख अगासां अगास लख पतालां पताल की गल करता है। दस्तगीर पीर ने कहा काका वो कुफर नहीं तोलदा, जिहड़ा लखां की गल करदा उहदे दर्शन करने चाहिए आ। साडे पीर की निगाह 7 तक खुली 14 तक खुली सी, इहदी लखां तक खुली आ। हो सकदा लखां तो भी अगे गल होवे, उहदे दर्शन करने चाहिए आ। उहदे दर्शन करन वास्ते दस्तगीर पीर अपने सेवक नूं नाल लैके गुरु नानक देव महाराज के चरणों में पहुँचिया सी। भाई गुरदास जी ने इहदा जिक्र अपनी बाणी विच कीता है। दस्तगीर दे जिहड़ा मुंडा सी उहनूं गुरु नानक देव महाराज ने अगासां पतालां की सैर कराई तो उत्थों एक कौली कड़ाह प्रसाद की भी गर्म गर्म की वरतदा सी। उहदे मुंडे ने लिया के अपने पिता नूं दिखाली और दस्सिया मैं लख अगासां अगास पतालां पताल देखे हैं। दस्तगीर कहन लग्या इहदी लखां तक निगाह खुली है, हो सकता है तो अगे भी निगाह होवे, अगे भी हो सकती है। गुरु ग्रंथ साहिब जी महाराज विच लिखिया है कोट ब्रह्मंड को ठाकर स्वामी सर्ब जियां का दातारे। करोड़ ब्रह्मंड की गल कीती है, करोड़ां ब्रह्मंडां दा ठाकर है, सर्ब जियां का दातारे। सां सतगुरु जी ने कहा किन कहिए क्यों देखिए भाई करता एक कथ। जिथे जिथे तक किसी ने गल देखी है उत्थे उत्थे तक वही हद रह गई। गुरु गोबिंद सिंह साहब महाराज ने बचित्र नाटक में जिक्र किया है जिन भी तनक सिद्ध को पायो तिन तिने अपना राह चलायो। जिन्हों ने तिनके जी ने सिद्धि भी प्राप्त की उन्होंने अपना अपना मार्ग अपना अपना पंथ चला लिया। ये इस करके ਇਹਦਾ अंत कोई नहीं है, किथे तक है। कोट अपराध सतगुरु जी कहते तुम दाते ठाट ठाकर प्रतिपालक नायक खसम हमारे निमक निमक तुम ही प्रतिपालो हम बारक तुमरे तारे। जे बा एक कवन गुण कहिए बेशमार बेअंत स्वामी तेरो अंत ना कहीं लईए। महाराज बेशमार का कोई अंत शुमार कोई है ही नहीं है, कित्थे है। बेअंत का मतलब तेरा अंत कोई है ही नहीं, तेरा अंत ना कहीं लईए। महाराज तेरा अंत अज तक किसी ने लिया नहीं है। कित्थे तक तेरा पसारा है, कित्थे तक तेरी जो भी सृष्टि साजी है इसका अंत कित्थे तक है, तू कित्थे तक है। जेड़े जेड़े अजीब आत्मा संसार दे विचों निकल के उस मार्ग ते चले हैं वो ब्रह्म अवस्था उन्होंने प्राप्त की है। उन्होंने पता है कित्थे कित्थे कोई महात्मा बैठा है, कित्थे कित्थे किहड़ी सृष्टि है, कित्थे कित्थे किदां दे जीव पैदा किए हैं। किते नक पीने वाले पैदा कर दिते, किते काले रंग दे पैदा कर दिते, किते चिट्टे रंग दे पैदा कर दिते, किते मधरे है, किते लंबे है, कोई गिणती कोई नहीं, पता नहीं किन्नी क दुनिया साजी है। किन कहिए क्यों देखिए भाई किदां कहिए, कहंदा किदां सतगुरु जी कहंदे देखिए किदां किदां कहिए उन्होंने जिहड़ी चीज़ देखी नहीं है। जे उन्होंने कह भी किदां सकते हैं, देख के ही दस्सिया जा सकता भी यह गल है। देखण तो बिना कहिए तो फिर झूठ हुंदा। किन कहिए क्यों देखिए भाई करता एक कथ मेरे मन जपिए हर भगवंता गुर गोबिंद सलाहिए भाई जिसते जापे तथ। परमेश्वर निरंकार की सलाहना सिफत सलाह करिए, ਉਹਦੀ ਸਿਫਤ ਸਲਾਹ ਕਰਨ ਦੇ ਮੇਰੇ ਜਿਹੜਾ ਤੱਥ ਹੈ, ਤੱਥ ਜਿੱਦਾਂ ਦੁੱਧ ਨੂੰ ਜੰਮਣ ਲਾ ਕੇ ਹੌਲੀ ਹੌਲੀ ਉਹਦੀ ਕਿਰਿਆ ਪੂਰੀ ਕਰਕੇ, ਕਿਰਿਆ ਪੂਰੀ ਜਦੋਂ ਹੁੰਦੀ ਆ ਉਹਦੇ ਵਿੱਚੋਂ ਇੱਕ ਮੱਖਣ ਨਿਕਲਦਾ, ਉਹਨੂੰ ਕਹਿੰਦੇ ਤੱਥ। ਅਖੀਰ ਦੇ ਵਿੱਚ ਤੱਤ ਵਸਤੂ ਨਿਕਲੀ ਆ। ਦੁੱਧ ਜ਼ਿਆਦਾ ਜਗ੍ਹਾ ਦੇ ਵਿੱਚ ਸੀ, ਹੌਲੀ ਹੌਲੀ ਉਹਨੂੰ ਕਰਦਿਆਂ ਕਰਦਿਆਂ ਮੱਖਣ ਜਿਹੜਾ ਵਿੱਚੋਂ ਨਿਕਲਿਆ, ਘੇ ਨਿਕਲਿਆ ਗਰਮ ਕਰਕੇ, ਉਹ ਥੋੜ੍ਹੀ ਜਗ੍ਹਾ ਵਿੱਚ ਪਰਮੇਸ਼ਰ ਦੇ ਨਿਰੰਕਾਰ ਦੀ ਸਿਫਤ ਸਲਾਹ ਕਰੀਏ। ਕਹਿੰਦੀ ਉਹਦੇ ਤੋਂ ਇਹ ਤੱਥਾਂ ਦਾ ਪਤਾ ਲੱਗਦਾ ਹੌਲੀ ਹੌਲੀ ਤੱਤ ਵਸਤੂ ਕੀ ਹੈ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤੱਤ ਗਿਆਨ ਤੇ ਸੰਬੰਧ ਪ੍ਰਗਟਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਵਿਸ਼ਵਾਸ ਹੈ, ਨਿਰੰਕਾਰ ਦਾ ਵਿਸ਼ਵਾਸ ਹੈ, ਕਹਿੰਦੇ ਉਹਦੇ ਹਿਰਦੇ ਅੰਦਰ ਤੱਤ ਜਿਹਨੂੰ ਤੱਤ ਵਸਤੂ ਦਾ ਪਤਾ ਚੱਲ ਗਿਆ। ਤੱਤ ਗਿਆਨ ਜਿਹੜਾ ਸੀ ਉਹਦੇ ਹਿਰਦੇ ਤੋਂ ਪੈਦਾ ਹੋ ਗਿਆ। ਗੁਰ ਗੋਬਿੰਦ ਸਲਾਹੀਏ ਭਾਈ ਜਿਸ ਤੇ ਜਾਪੇ ਤੱਥ ਮੇਰੇ ਮਨ ਜਪੀਏ ਹਰ ਭਗਵੰਤਾ। ਮਨ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਇੰਨੀਆਂ ਗੱਲਾਂ ਕਰਕੇ ਨਿਰੰਕਾਰ ਦੀ ਸਿਫਤ ਸਲਾਹ ਕਰਕੇ ਉਸ ਮਾਲਕ ਦੀ ਸਿਫਤ ਸਲਾਹ ਕਰਕੇ ਆਪਣੇ ਮਨ ਨੂੰ ਸੰਬੋਧਨ ਕਰਕੇ ਗੱਲ ਕਰਦੇ ਹਨ ਕਿ ਮਨ ਨੂੰ ਤੁਰਨ ਵਾਸਤੇ ਵੀ ਤੂੰ ਕੀ ਕਰਨਾ, ਸਾਨੂੰ ਕੀ ਕਰਨਾ ਚਾਹੀਦਾ। ਏਡੇ ਵੱਡੇ ਪਸਾਰੇ ਵਾਲੇ, ਏਡੇ ਵੱਡਾ ਖਲਾਰੇ ਵਾਲੇ, ਬੇਅੰਤ ਬੇਸ਼ੁਮਾਰ ਜਿਹਦੀ ਗਿਣਤੀ ਕੋਈ ਨਹੀਂ ਹੈ, ਉੱਥੇ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਕੀ ਕਰਨਾ ਚਾਹੀਦਾ। ਜੋ ਸਾਡੇ ਗੁਰੂ ਨੇ ਕੀਤਾ ਹੁਣ ਸਾਨੂੰ ਕਰਨ ਵਾਸਤੇ ਸਾਧ ਸੰਗਤ ਉਪਦੇਸ਼ ਦੇ ਦਿੱਤਾ। ਉਹਨਾਂ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ, ਕਹੋ ਨਾਨਕ ਸੁਣ ਰੇ ਮਨਾ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮਨ ਨੂੰ ਗੱਲ ਕਹੀ ਆ।
पर असी जद मगरों लगते जी असी इस गल नूं गाउने आ तो असी भी उसी गल दे वो साडे ते टुक जाती है। जद जिहड़ा भी कोई अपने मूँह तो कहंदा कहो नानक सुन रे मना, उहदी बाणी बन गई। इस तरह गुरु गोबिंद सलाहिए पाई, ये परमेश्वर निरंकार की सिफत सलाह की है। कहते जिस ते जापे तत्थ, जिहदे तो फिर तत्त वस्तु का पता लगता, असल गान का पता लगता, तो सतगुरु जी ने कहा मेरे मन जपीए हर भगवंता। परमेश्वर निरंकार नूं कहंदे भगवंत करनहार परमेश्वर निरंकार नूं जपना करिए, उहदी परमेश्वर की सिफत सलाह करनी करिए, उहदा सिमरन करिए, उहनूं याद करिए। जिहड़े हर वेले याद रखते हैं उन्होंने अवस्था मिली है, जिन्हां सास ग्रास ना बिसरै, हर नामा मन मंथ, धन से सही नानका पूर्ण सोई संत। वो तो संत की अवस्था मिल गई। जिन्होंने परमेश्वर की सिफत सलाह वैसे ही कर दी, उन्हों का भी सतगुरु जी कहते जिसनों बख्शे सिफत सलाह नानक पातशाह ही पातशाह। जिन्होंने महाराज तेरी सिफत सलाह करते पातशाह के पातशाह हो। जिन्होंने महाराज तेरी सिफत की है, तू सच्चा साहिब सिफत सहा लियो, जिन की सो पार पिया। महाराज जिन्होंने तेरी सिफत की संसार के पाप सागर में तर गए। ਉਹਦੀ सिफत करने वाले मनुखा यह वस्तु प्राप्त अवस्था प्राप्त होंगी है। मेरे मन जपीए हर भगवंता, नाम दान दे जाने अपने दुख दर्द का हंता। हाँ सच्चे पातशाह जी नाम दान वो दिंदा जिहदे कोल वस्तु वाधू होंदी है, जिहदे कोल वस्तु वाधू नहीं होंदी दान नहीं दिंदा। वो जिन्हां महापुरखा ने नाम की कमाई की होंदी वो थोड़ा थोड़ा दे देंदे आ। जिस तरह बड़ी बड़ियां यूनीवर्सिटियां खेती नाल संबंधित उन्हां यूनीवर्सिटियां विच बीज तैयार किए जाते हैं, उन्हां बीजां नूं फिर हौली हौली किसानां नूं थोड़ा थोड़ा दे दिंदे आ। वो थोड़ी थोड़ी मात्रा में जिहड़े किसान है बीज नूं फिर अगे तो अगे वधा लैंदे आ। इस तरह जिहड़े अमली लोग है जां जिहड़े नशा करन वाले लोग है, जदों किसी नूं लाउणा होवे तो थोड़ी थोड़ी कोलों देण लग जांदे। किसी नूं फीम लाउणी होवे थोड़ी थोड़ी कोलों दे देनी, उन्होंने फिर जल लग जाती, फिर कहते तू अपनी लै आ। जिहड़ी वो थोड़ी थोड़ी दित्ती है उन्होंने कहते दान, उहदा कुछ लिया नहीं कुछ भी उन्हें, उन्होंने कहते दान। जे मुल खरीदनी है तो मुल खरीदी फिर पैसे दे के मुल खरीदी जाती है। नाम दान दे नाम थोड़ा जिहा दान लैके उन्होंने फिर अगे तो अगे वधा लेना। बाकी होंदी एक चीज़ मुल मन दे राम लिया है मोल, कंचन स्यों पाइए ने तोल, मन दे राम लिया है मोल। परमेश्वर नूं मुल लिया, कहते असीं मन दिता तो परमेश्वर मुल लै लिया। उत्थे दान नहीं, दान लैके वो चीज़ नूं वधा लिया। जिहड़ा नाम परमेश्वर का नाम दान दे जाने अपने अपने जनां नूं जिहड़े उस अवस्था के मालक हैं। जन भी अवस्था है, जिस तरह भगत की अवस्था है, साधु की अवस्था है, जन की भी अवस्था है। भगत जना की सदा तू रखदा हर जियो, तुर तू रखदा आया। हर हर जन तो एक है बेविचार कछ नाहे। जन भी एक अवस्था है, जन की अवस्था कबीर साहब ने दसी है। कबीर रोड़ा होए रो बाटका, तज मन का अभिमान। मन का हंकार निवृत्त कर लवे, ਉਹਦੇ ਨਿਵਰਤੀ ਦਾ ਕਾਰਨ ਦੱਸਿਆ ਕਿੱਦਾਂ ਕਰੇ। ਸੜਕ ਦੇ ਵਿੱਚ ਵਿਚਾਲੇ ਇੱਕ ਰੋੜਾ ਪਿਆ ਹੈ, ਉਹ ਰੋੜੇ ਦੇ ਉੱਪਰ ਦੀ ਦੁਨੀਆ ਲੰਘਦੀ ਆ, ਗੱਡੀਆਂ ਲੰਘਦੀਆਂ, ਹੋਰ ਡੰਗਰ ਪਸ਼ੂ ਲੰਘਦੇ ਆ। ਇੰਨਾ ਕਹਿੰਦੇ ਨਿਮਰਤਾ ਵਿੱਚ ਆ ਜਾ ਵੀ ਤੈਨੂੰ ਦੁਨੀਆ ਤੇਰੇ ਉੱਪਰ ਦੀ ਲੰਘ ਜਾਵੇ ਤਾਂ ਤੈਨੂੰ ਗੁੱਸਾ ਨਾ ਚੜੇ। ਤੇਰੀ ਅਵਸਥਾ ਇਹ ਹੋਣੀ ਚਾਹੀਦੀ ਆ। ਤਾਂ ਕਹਿੰਦੇ ਫਿਰ ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ। ਰੋੜੇ ਦਾ ਮਤਲਬ ਹੈ मन का हंकार निवृत्त कर लै, तेरे मन के अंदर हंकार बिरती ना आवे। जे ये अवस्था भी बन गई, कबीर साहब कहते रोड़े विच भी एक नुक्स है, जो आते जाते बंदे के पैर च लग जाता तंगी मन का। रोड़ा किसी को दुख देने वाला नहीं होना चाहिए। रोड़ा राह विच हो जाए तो तंगी मनते हैं लोग, कहते रोड़ा तंगी देने वाला नहीं होना चाहिए। रोड़ा हुआ तो क्या पिया जो पंथी को दुख दे, आते जाते बंदे के पैर च लग जाए। मनुख तंग हुंदा दुखी हुंदा, हर जन ऐसा चाहिए जैसा जजियों तरनी मैं खे। मिट्टी पई है, मिट्टी किसी को कुछ नहीं कहती, धरती के उपर मिट्टी के उपर कहते चलिया जा, कहते मिट्टी वर्गा हरी का जन हो जाना चाहिए। फिर कबीर साहब आपे कहते मिट्टी जो मनुख के कपड़ियां ते लग जाती है तो भी मनुख तंगी मनदा, कपड़े धोने पैंदे आ, मूँह ते मिट्टी पै जाती है, उन्होंने धोना पैंदा। खे हुई तो क्या पया जो उड लागी अंग, कहते पानी ना मिट्टी धोती जाती, फिर पानी ठीक है। हर जगह ऐसा चाहिए जो पानी सर्वांग, कहते पानी वर्गा हो जाना चाहिए।
फिर कहते पानी विच भी नुक्स है। पानी हुआ तो क्या पिया जो सीरा ताता होए। गर्मियां में पानी गर्म हो जाता, सियाल नूं ठंडा हो जाता। हर जन ऐसा चाहिए जैसा हर ही होए। हरि परमेश्वर वर्गा ही जिहड़े हरि परमेश्वर विच गुण हैं, हरि दे जन विच वो होने चाहिए आ जिहड़े गुरु तेग बहादुर साहब जी ने अपनी पवित्र रसना तो उचारे हैं। हर कसोक जाके नहीं बैरी मीत समान, यह गुण ने हरि दे जन दे। जां जो नर दुख में दुख नहीं माने, सुख स्नेह और पै नहीं जाके कंचन माटी माने। न निंदिया न उस्तत जाके लोभ मोह अभिमाना, हर खसोक ते रहे नियारो नाहे मान अपमाना। आसा मनसा सगल त्यागे जग ते रहे नरासा, काम क्रोध जय परसे नाहिन ते कट ब्रह्म निवासा। गुर कृपा जे नरको कीनी लीन पयो गोबिंद सिंह जो पानी संग पानी। ये अवस्था दी है सतगुरु जी ने हरि दे जन नूं। तां सतगुरु जी कहते नामदान दे जन दे अपने दुख दर्द का हंता, जाके कर सब किश है भाई नौनिद परे भंडार। जे किसी नूं नाम की दात मिल जाए, परमेश्वर की बख्शिश मिल जाए, हरि दे जन का दर्जा मिल जाए, फिर कोई ऐसी चीज़ परमेश्वर के घर में नहीं है भी जिहड़ी उहदे घर में ना होवे। जाके कर सब किश है पाई। राजे कोल सारा भंडारा है, राजा किसी नूं औलाद नहीं दे सकता, राजा किसी नूं साह नहीं दे सकता। कोई बंदा बीमार हो जाए, साह पूरे हो जाण, राजे नूं कहो भी जींदा कर देवे। राजे को होर चीज़ां ने, धन दौलत दे सकदा, पदार्थ दे सकदा, कपड़े दे सकदा, राजा सता नहीं दे सकता। राजा किसी नूं राजी नहीं कर सकता, राजा किसी नूं औलाद नहीं दे सकता, राजा किसी का असाध रोग नहीं हटा सकता। कोई पिंगला है, राजा उन पिंगले नूं कहे मैं पहाड़ ते चढ़ा देवां, मेरे च समर्था है, कदी चढ़ा नहीं सकता। राजा गुंगे बोले नूं बोलना नहीं सिखा सकता, राजा कन्ना तो उन्होंने सुना नहीं सकता। तो ये अवस्था कित्थों प्राप्त होंदी है? जिन्हां दे अंदर नाम की बख्शिश सी, उन्हां दी बख्शिश करके, उन्हां दी संगत करके अवस्था प्राप्त होंदी है। पिंगल पर्वत पार परे खल चतर बगीता, महिमा साधु संग की सुनो मेरे मीता। कहते पिंगला पहाड़ नूं चढ़ जूगा जे साधु की कृपा हो जाए, महापुरख की कृपा हो जाए। मूर्ख चतर बन जाऊगा महापुरुष की कृपा हो जाए। महिमा साधु संग की सुनो मेरे मीता, मैल खोई कोट अग हरे निर्मल पै चीता। हिरदे की मैल उतर जू जे साधु की संगत हो जाए। करोड़ां पाप खत्म हो जाएंगे, कोट अपराध साध संग मिटे, संत कृपा ते जमते छुटे। साधु की कृपा बख्शिश नाल करोड़ां अपराध खत्म हो जाते हैं। तां सतगुरु जी कहते मैल खोई कोट अग हरे निर्मल पै चीता। महिमा साधु संग की सुनो मेरे मीता। ये बख्शिशां साधु के कोलों मिलदियां, राजे कोलों नहीं है। साधु कोल तां ने, वो साधु परमेश्वर के नाम के नाल जुड़िया होया। उहदी अवस्था साधु की जन वाली है, जन परमेश्वर के नाल है। हर जन दो एक है, उहदी तां फर्क कोई नहीं है, जो मर्जी दे देवे। तां गुरु अर्जन देव महाराज ने भी इत्थे बख्शिश भरिया एक बचन लिखिया है पाई। जे सतगुरु जी बाणी में सुखमनी साहिब में लिखते हैं, मन मेरे तिन की ओट ले, मानता ने अपना तिन जन दे, जिन जन अपना प्रभु पछाता, सो जन सर्व थोक का दाता। तिसकी सन सर्व सुख पावे, तिसके दरसा पाप मिटावे। अबर सियानप सगली छाड़, तिस जन की तू सेवा लाग। आवण जान न हो भी तेरा, नानक तिस जन के पूजो सद पैरा। आउण जाण दा चक्कर मुक जूगा। भाई सारे थोक दियां चाबियां कहंदे असीं उस बंदे नूं दित्ती है जिन्हें मेरी पछाण कीती है, जिन्हें मैनूं जान लिया। तां ਉਹਦੇ ਕੋਲ ਚਾਬੀਆਂ ने, ਉਹਨੂੰ ਜਾ ਕੇ मिल लो। जाके कर सब किश है भाई नौनिद परे भंडार। तिसकी कीमत ना पावे पाई ऊंचा आगम अपार। ਉਹਦੀ कीमत पाई नहीं जा सकती। कीमत तो कोई तां पावे वो तो बड़ा होवे कोई, जाओ ਉਹਦੇ बड़े की कीमत कौन पा, छोटा की कीमत पा दूगा बड़े की? ਉਹਦੇ समर्था ही नहीं है। ਉਹਦੀ कीमत पै ही नहीं सकती। संसार के अंदर कोई ਉਹਦੀ कीमत नहीं पा सकता। ਤਾਂ सतगुरु जी ने कि तिसकी कीमत ना पवे भाई ऊंचा आगम अपार, जिहड़ा सारियां तो ही बड़ा है। नहीं तो हरेक चीज़ की कीमत पा लेंदे राजे महाराजे। महंगा सस्ता हीरे नूं खरीद लेंदे आ, जां महंगा सस्ता जिहड़ी बहुत महंगी चीज़ भी उन्होंने महंगे खरीदण वाले व्यापारी आ जाते हैं। पर जिहदी कीमत कोई कीमत जिहदा कोई अंत बेशुमार है ही नहीं, इहदे कोई पसारे की कोई हद बन्ना है ही नहीं, ਉਹਦੀ कीमत की पवेगी भाई? ਉਹਦੀ कीमत नहीं पै सकती। उच्चा आगम अपार,
जी जंत प्रतिपाल दा भाई नित नित करदा सार। जीव जंतुओं की प्रतिपालना भी करदा ते नित नित उन्हां दी सार भी लैंदा। जिद्दां कोई मनुख है उन्होंने हर रोज़ भोजन मिलता है, कोई भोजन तो बिना सौंदा नहीं है, हरेक नूं भोजन मिलता। जिद्दां जिद्दां दा कोई जीव सी उहदे अनुसार उन्होंने भोजन दे दिता। पशु है उन्होंने उहदे अनुसार भोजन दे दिता, मनुख है उन्होंने उहदे अनुसार दे दिता, पंछी है उन्होंने उहदे अनुसार दे दिता। पंछी है शाम नूं चुक के आ जाते, जे बहुता भी पदार्थ पिया होवे चुक के घर नूं नहीं लैके आउंदे, वो दूसरे दिन फिर चले जाते हैं। परमेश्वर का आसरा है, वो घर नूं नहीं पल्ले कदे ना बंधे पंछी ते दरवेश, जिन्होंने तकबा रब दा तिन्हां रिजक हमेश। साधु महात्मा पल्ले नहीं बनते तो जीव जंतु जिहड़े पंछी वो भी पल्ले नहीं बनते। उन्होंने जी जंत प्रतिपाल दा पाई नित नित उन्हों की प्रतिपालना करता, उन्होंने नित नवे रोज़ हर रोज़ आते, उन्हों का भोजन उत्थे मोहरे रखिया होया हरेक नूं मिल जाता। कोई ऐसा जीव नहीं है जिहदी वो पालना ना करता होवे। नहीं तो आदि सृष्टि दे कदी कोई देखिया भी बंदा कोई भुखा मर जाए, हरेक बंदे नूं कुछ ना कुछ पदार्थ मिलता है। ये परमेश्वर की हस्ती है, निरंकार की बख्शिश है। ये सारी सृष्टि नूं पालना वही पाल सकता है, मनुख नहीं पाल सकता। कि 2 बच्चे या 4 बच्चे आ, उन्होंने पालन वास्ते मनुख का बुरा हाल होया पिया। एक राजा है, उन राजे नूं अपने राज के अंदर मनुखा नूं सुखी करन दी चिंता पई है, किदां सुखी करिए। और सुखी करन दा उन्होंने एक राज के अंदर ही एक स्टेट का राजा है, उन्होंने अपने स्टेट की चिंता पई है, उन्होंने किदां उन्हां दी पालना करिए, किदां सुख देने का यत्न करिए। एक निरंकार ने एडा बेशुमार खलारा है, ब्रह्मंड ने एडे बड़े, सारिਆਂ ਦੇ ਵਿੱਚ कल्ले कल्ले जीव की सार लैनी। एडा बड़ा निरंकार परमेश्वर है, उसकी कीमत पाई नहीं जा सकती। ऊँचा आगम अपार जी जंत प्रतिपाल दा पाई नित नित करदा सार। वो नित जीवां नूं पालना भी करता है, एक तो पालना करता सार भी लैंदा। उन्हें नित नित करता सार, जे सार ना लभे, जिमींदार है पशुओं नूं पट्ठे पाते मुड़ के उन्होंने पुछे ही ना, बमार ठमार नूं देखे ही ना। सार लैनी होर चीज़ है, पालना करनी होर चीज़ है, उन्होंने पदार्थ देना होर चीज़ है। ਤਾਂ सतगुरु जी ने बहुत बचन ऐसे चारे ने परमेश्वर निरंकार की सिफत सलाह की है। ये शुरू ही इत्थों किया, सब जग जिने अपाया पाई करण कारण समर्थ। उस करण कारण समर्थ की सिफत करी जाते हैं गुरु अर्जन देव महाराज। कहते जीव जंतां नूं प्रतिपालना राजा नहीं कर सकता। राजा तो मनुखा नूं खुश नहीं कर सकता, पशुओं नूं खुश कित्थों कर लू? जिहड़े होर पंछी ने उन्होंने खुश कित्थों कर लू राजा? ये परमेश्वर निरंकार विच हस्ती है, जिहड़ा सारियां दी पालना करता है, सारियां दी प्रतिपालना भी करता है, सार भी लैंदा है। नित नित करदा सार, सतगुर पूरा भेटीए पाई शब्द मिलावण हार। उस महापुरख की किरपा नाल सतगुर कहंदे आ जिहड़ा परमेश्वर के नाम के नाल जुड़िया होवे, परमेश्वर का नाम जिहदे हिरदे विच बसिया होवे, जो सो सतगुर जिस हृदय हर नाओ। जिहदे अंदर परमेश्वर का नाम बस गया, उन्होंने सतगुर की उपाधि, सतगुर की पदवी बख्श दी सतगुरु जी ने। सतपुरख जिन जानिया सतगुर तिसका नाओ, तिसके संग से खुदरे नानक हर गुण गाओ। सतपुरख की पहचान जिन्हें की है, सतपुरख जिन जानिया सतगुर तिसका नाओ। जिन्हें सतगुर पुरख मनाया तिन पूजे सब कोई। जिन्होंने उस निरंकार की पूजा की है, उन्होंने संसार ने पूजा कर दी है। उन्होंने जिन्होंने अपने परमेश्वर को मनाया है, उन्होंने सारे संसार ने उन्होंने पूजा की है। सतगुर पूरा भेटीए पाई शब्द मिलावण हार। उस शब्द के नाल परमेश्वर निरंकार सतगुर का जो मिलाप हो जाए, वो फिर शब्द जीव के अंदर वासा कर दिंदा है। जीव के उत्ते दया करके ये अंदर परमेश्वर के नाम नूं बसा दिंदा है, जिहड़ा परमेश्वर के नाल मिलाप कराउंदा। शब्द के नाल मिलाप हुंदा है ते परमेश्वर के नाल मिलाप हो जाता। जदों शब्द के नाल शब्द ही परमेश्वर स्वरूप है, तो सतगुरु गुरु नानक देव महाराज ने कहते सुरत शब्द अवजल तरीए नानक नाम बखाने। सुरत नूं शब्द नाल जोड़ना ही परमेश्वर के नाल जोड़ना है। ये महापुरख तो बिना कोई जोड़ नहीं सकता। बड़ियां बड़ियां अवस्था वाले महापुरख जिन्हां दे स्थान ते तुसीं बैठे हो, दृष्टि करके जोड़ दिंदे सन। दृष्टि करके परमेश्वर के नाम नाल जोड़ देना। जिन्हां जिन्हां नूं काबल देखते सन, जिन्हां जिन्हां दे विच कोई अवस्था देखते सन, उन्हां नूं अवस्था दे दिंदे सन। जिन्हां दे अवस्था विच कोई कमी हुंदी सी, वो कमी नूं भी दूर कर दिंदे सन। संत बाबा ध्यान सिंह जी चोला साहब वाले, संत महाराज हरखो वालियां दे नाल फौज विच सन। उन्हां दे नाल फौज विच हुंदियां गुरभाई सन, बड़े कमाई वाले पुरुष सन। उन्हां दी अवस्था विच फर्क पै गया, क्योंकि उन्हां दा एक पुत्र सी, शाम नूं जाया करदे सन भजन करन।
उन्हां दा पुत्र सी 22 साल का विसाखा सिंह। एक दिन उन्होंने पुत्र अपने पिता नूं कहण लग्या, पिता जी अज तुसीं भजन करन ना जाओ, अज मैं पूरे 2 बजे शरीर छड्ड जाना। कहण लगे भी मैं तो रुकना तो है नहीं, जे 2 बजे तू शरीर छड्ड गया 5 बज जाने संस्कार तक, मैं सीधा ही शमशान नूं आ जाऊँगा। एक नौजवान पुत्र ने शरीर छड्डना होवे और बंदा कहे मैं रुकना नहीं है, मैं शमशान ते तेरा शरीर छड्डे ते आ जाऊँगा संस्कार वेले। पूरे 2 बजे उन्हां दा पुत्र शरीर छड्ड गया नौजवान। उत्थों भजन करते सीधे 5 बजे शमशान घाट में पहुँचे, उहदा संस्कार करके घर नूं आए। उन्हां दी अवस्था में फर्क पै गया, जिहड़ी अवस्था सी उन्हां दी उहदे विच फर्क पै गया। फिर वो हरखोवाल आए, संत महाराज जी ने इत्थे 3 महीने उन्होंने रख के उन्हां दी मुड़ के अवस्था वैसे ही बनाई जिहड़ी पहलां अवस्था सी। जदों अवस्था बिगड़ जाती है, जदों शरीर की क्रिया बिगड़ जाती, डॉक्टर कोल जांदे है। जदों शरीर दे विच नुक्स पै जांदा, अख नुक्स पै जांदा, उहदे डॉक्टर कोल जांदे है। पेट विच नुक्स पै जांदा, उहदे डॉक्टर कोल जांदे है। इस तरह जदों आत्मा विच नुक्स पै जांदा, जदों आत्मा परमेश्वर दे नाम नूं फड़दी नहीं है, उहदे विच नुक्स पै जांदा, तो फिर जिहड़े आत्मा दे नाल जुड़े हुए पुरुष हैं वो आत्मा दे पेती हैं, वो इस अवस्था नूं मुड़ के आत्मा नूं उस अवस्था वाला बना दिंदे। सतगुर पूरा भेटीए भाई। ऐसे सतगुर दे मिलाप होण दे नाल जिहड़ी साडी जीव आत्मा परमेश्वर दे शब्द नूं फड़दी नहीं, वो शब्द फड़न लग जाती है। यही उपदेश है सतगुरु जी का। उस करनकार निरंकार उहदा स्वरूप गुरु ग्रंथ साहिब जी, सतगुरु जी कहते बाहो बाहो बाणी निरंकार है ते जे बडावर ना कोई। वो निरंकार नाल जुड़ना तो बाणी नूं पढ़ लईए। जिन्ना चिर बाणी पढ़ोगे निरंकार दे नाल ही जुड़े रहोगे। ये निरंकार का स्वरूप है बाणी। जिन्नी पढ़ोगे निरंकार दे नाल जुड़ोगे। जिन्ना प्रेम करोगे, जिन्ना तुसीं उहदे नाल करोगे, उन्ना तुहाडे नाल वो करूगा। तुसीं एक कदम तुरोगे, वो करोड़ पैंडा तुहाडे वल नूं तुरूगा। चरण सन गुरसिख एक पैंडा जाए चल, कोट पैंडा आगे हुए सतगुरु लेत है। एक पैंडा उधर नूं तुरे तो करोड़ पैंडा गुरु अपने आप उधर नूं तुरदा। बाकी सारी दुनिया परमेश्वर दी जीव दे नाल दो अंगी प्रीति आ। जे जीव करदा ते वो भी करदा। मच्छी पानी चों बाहर कढ़ के सिड़दी है, पानी नहीं तड़फदा कदी भी। मच्छी तड़फदी है पानी नूं मिलण वास्ते। पतंगे नूं लाइट तो परे कर दईए, पतंगा तड़फदा, कदी लाइट तो नहीं तड़फदी। भौरे नूं परे कर दईए, फुल नहीं तड़फदा। भौरा मेरी खातर जान दिंदा, पर भौरा तो जान दिंदा पर फुल थोड़ा तड़फदा। इस तरह गुरु जिहड़ा परमेश्वर है, गुरु दे परमेश्वर नाल जुड़िया होया महापुरख, जदों कोई जीव जगियासू उहदे नाल प्रेम करदा, उहदे नाल करोड़ गुणा अगे होए जाके जादे। एक पैंडा तुरदा वो करोड़ पैंडा। भाई गुरदास जी कहंदे करोड़ कदम वो आउंदा, इहदा एक कदम है, उहदा करोड़ कदम है। इहदा थोड़ा ही तुरना है, उहदे याद नाल जाके परमेश्वर दे नाल मिलाप हो जांदा है। एक उपदेश है सतगुरु जी का भी करन काਰਨ समर्थ परमेश्वर निरंकार दे नाल किस तरह जुड़ना है, उहदी सिफत सलाह करनी है। वो सिफत सलाह करदियां करदियां मनुख जदों सिफतां आपां उहदियां गाउंदे रहांगे, अपने अंदर भी उहदियां सिफतां जिद्दां किसी फुੱਲ नूं तुसीं अपने कमरिਆਂ ਦੇ ਵਿੱਚ ਦੀ ਨਿਗਾਹ ਦਿਓ, ਆਪਣੀ ਮਹਿਕ ਛੱਡ ਜਾਂਦੇ ਆ। ਕਿਸੇ ਦੀ ਸਿਫਤ ਸਲਾਹ ਆਪਣੇ ਅੰਦਰ ਦੀ ਨਿਗਾਹ ਦਿਓ, ਆਪਣੀ ਮਹਿਕ ਛੱਡ ਜਾਂਦੀ ਹੈ। परमेश्वर की सिफत सलाह अपने अंदर की निगाह दिओ, महक छड़ जाती है। जदों किसी की निंदिया चुगली, किसी को माड़ा किसी को कह के अपने अंदर की निगाहते हो तो अपनी गंदगी छड़ जाता। जदों किसी की निंदिया करनी अंदर की छड़ जानी, वो माड़े नूं अंदर की निगाहना तो वह भी मैल छड़ जूगा। चंगे पुरख के चंगे गुणों नूं अंदर की निगाहोगे, अपने गुण अंदर थोड़े कुछ ना कुछ अपनी आँच छड़ जाते हैं। इस तरह निरंकार की सिफत करोगे, थोड़े अंदर सिफत सलाह की बाशना आउण लग जाती है, महक आउण लग जाती है। ये एक उपदेश है। सो 20 तरीक नूं साहिब गुरु गोबिंद सिंह साहिब जी महाराज का जन्मदिन है। उदण नूं इसे तरह संगत फिर आवेगी। सारी संगत नूं बेनती है भाई, साहिब गुरु गोबिंद सिंह साहिब जी का जन्मदिन आपां फिर जिस तरह पिछले साल मनाया सी, इस बार भी मनाया जाएगा। सारी संगत का धन्यवाद है जी। सारी संगत रसना पवित्र करो जी। वाहिगुरु जी का खालसा, वाहिगुरु।